ਸਿੱਖ ਚੈਨਲ ਦੇ ਦਰਸ਼ਕੋ, ਜਿਸ ਤਰ੍ਹਾਂ ਕਿ ਤੁਸੀਂ ਹੁਣ ਵੀਡੀਓ ਦੇਖੀ ਹੈ, ਆਪਾਂ ਨੂੰ ਸਾਰਿਆਂ ਨੂੰ ਇਹ ਪਤਾ ਹੈ ਕਿ ਅੱਜ ਸ਼ੁਭ ਦਿਹਾੜਾ ਹੈ, ਵਿਸਾਖੀ ਦਾ ਦਿਹਾੜਾ ਹੈ ਤੇ ਦੁਨੀਆ ਭਰ ਦੇ ਵਿੱਚ ਵਿਸਾਖੀ ਦੇ ਦਿਹਾੜੇ ਦੀਆਂ ਵਧਾਈਆਂ ਹਨ। ਹਰ ਪਾਸੇ ਖੁਸ਼ੀ ਦਾ ਮਾਹੌਲ ਹੈ ਤੇ ਇਸ ਦੇ ਨਾਲ ਹੀ, ਕਿਉਂਕਿ ਅੱਜ ਦੇ ਸ਼ੁਭ ਦਿਨ ਦੇ ਵਿੱਚ ਹੋਰ ਵੀ ਕਾਫੀ ਦਿਨ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਵੀ ਅੱਜ ਪ੍ਰਕਾਸ਼ ਦਿਹਾੜਾ ਹੈ, ਵਿਸਾਖੀ ਦਾ ਵੀ ਪ੍ਰਕਾਸ਼ ਦਿਹਾੜਾ ਹੈ ਤੇ ਇਹਨਾਂ ਦੋਨਾਂ ਹੀ ਦਿਹਾੜਿਆਂ ਤੇ ਦਰਸ਼ਕੋ, ਜਿੱਥੇ ਵੀ ਤੁਸੀਂ ਬੈਠੇ ਸਿੱਖ ਚੈਨਲ ਨਾਲ ਜੁੜੇ ਹੋ, ਤੁਹਾਨੂੰ ਸਾਰਿਆਂ ਨੂੰ ਲੱਖ ਵਧਾਈਆਂ। ਸਿੱਖ ਚੈਨਲ ਵੱਲੋਂ ਵੀ, ਮੇਰੇ ਵੱਲੋਂ ਵੀ ਤੇ ਮੇਰੇ ਨਾਲ ਜੁੜੇ ਜਿਹੜੇ ਮਹਿਮਾਨ ਆ ਉਹਨਾਂ ਵੱਲੋਂ ਵੀ ਤੁਹਾਨੂੰ ਬਹੁਤ ਵਧਾਈਆਂ। ਅੱਜ ਦਾ ਜੋ ਸਾਡਾ ਟੌਪਿਕ ਵੀ ਆਪਣੀ ਵਿਸਾਖੀ ਤੇ ਹੀ ਹੈ, ਕਿਉਂਕਿ ਵਿਸਾਖੀ ਜਾਂ ਅੱਜ ਇੰਨਾ ਇਹ ਜਿਹੜਾ ਮਹੱਤਵਪੂਰਨ ਜਿਹੜਾ ਅੱਜ ਦਿਨ ਹੈ, ਅਸੀਂ ਸੋਚਿਆ ਵੀ ਚਲੋ ਅੱਜ ਵਿਸਾਖੀ ਤੇ ਗੱਲ ਕਰਦੇ ਹਾਂ। ਇਸ ਵਿਸ਼ੇ ਦੇ ਵਿੱਚ ਅਸੀਂ ਦੇਖਾਂਗੇ ਕਿ ਵਿਸਾਖੀ ਹੈ, ਉਸ ਤੋਂ ਅਸੀਂ ਕੀ ਮਤਲਬ ਸਮਝਦੇ ਹਾਂ, ਇਸ ਦੀ ਮਹੱਤਤਾ ਕੀ ਹੈ ਤੇ ਇਸ ਦੀ ਜਿਹੜਾ ਇਤਿਹਾਸ ਹੈ, ਜੋ ਹਿਸਟਰੀ ਹੈ ਵਿਸਾਖੀ ਦੀ, ਉਹ ਕਦੋਂ ਸ਼ੁਰੂ ਹੋਈ ਸੀ। ਉਹ ਆਪਣੇ ਜਦ ਮਹਿਮਾਨ ਅੱਜ ਡਾਕਟਰ ਰਜਿੰਦਰ ਸਿੰਘ ਜੀ ਕੁਰਾਲੀ ਜੀ ਜੁੜ ਚੁੱਕੇ ਹਨ ਤੇ ਦੂਸਰੇ ਦੋ ਮਹਿਮਾਨ ਹੋਰ ਅਸੀਂ ਉਡੀਕ ਰਹੇ ਹਾਂ, ਲੇਕਿਨ ਉਹ ਕੋਸ਼ਿਸ਼ ਕਰ ਰਹੇ, ਅਗਰ ਜੁੜ ਜਾਣਗੇ ਤਾਂ ਆਪਣੇ ਉਹ ਵੀ ਨਾਲ ਹੀ ਉਹ ਵੀ ਆਪਣੀ ਸਾਂਝ ਪਾਉਣਗੇ, ਨਹੀਂ ਤਾਂ ਅਸੀਂ ਦੋ ਜਾਣੇ ਤੁਹਾਡੇ ਬਾਅਦ ਜੋ ਸਤੋਂ ਹੋ ਸਕਿਆ ਜ਼ਰੂਰ ਆਪਣੀ ਸਾਂਝ ਪਾਵਾਂਗੇ ਜੀ। ਮੈਂ ਹੁਣ ਆਪਣੇ ਨਾਲ ਜੁੜ ਬੈਠੇ ਆਪਣੇ ਡਾਕਟਰ ਰਜਿੰਦਰ ਸਿੰਘ ਜੀ ਕੁਰਾਲੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਜਿੰਦਰ ਜੀ, ਅੱਜ ਆਪਾਂ ਦੇਖੋ, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਆਪਾਂ ਵਿਸਾਖੀ ਦੇ ਦਿਹਾੜੇ ਬਾਰੇ ਗੱਲ ਕਰਨੀ ਆ ਤੇ ਮੈਂ ਤੁਹਾਨੂੰ ਸ਼ੁਰੂ ਵਿੱਚ ਇਹ ਕਹਾਂਗੀ ਕਿ ਤੁਸੀਂ ਜੋ ਵਿਸਾਖੀ ਦਾ ਦਿਹਾੜਾ, ਜਦੋਂ ਅਸੀਂ ਵਿਸਾਖੀ ਦੀ ਗੱਲ ਕਰਦੇ ਹਾਂ, ਜਦੋਂ ਸਾਡੇ ਲਫ਼ਜ਼ ਵਿਸਾਖੀ ਸਾਡੇ ਦਿਮਾਗ ਵਿੱਚ ਆਉਂਦਾ ਹੈ, ਸਾਡੇ ਅੱਗੇ ਕਿਸ ਤਰ੍ਹਾਂ ਦਾ ਨਜ਼ਾਰਾ ਆਉਂਦਾ, ਕਿਸ ਤਰ੍ਹਾਂ ਦੀ ਜਿਹੜੀ ਪਿਕਚਰ ਤੁਹਾਡੇ ਦਿਮਾਗ ਦੇ ਵਿੱਚ ਆਉਂਦੀ ਹੈ ਜਦ ਅਸੀਂ ਵਿਸਾਖੀ ਦਾ ਨਾਂ ਸੁਣਦੇ ਹਾਂ? ਆਪਣੇ ਦਰਸ਼ਕਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਓ ਜੀ। ਸਿੱਖ ਧਰਮ ਦੇ ਨਾਲ ਜੁੜਿਆ ਤਿਉਹਾਰ ਹੈ, ਲੇਕਿਨ ਇਸ ਦੀ ਮਹਾਨਤਾ ਜਿਹੜੀ ਹੈ ਉਹ ਸਮੁੱਚੇ ਭਾਰਤ ਦੇਸ਼ ਦੇ ਵਿੱਚ ਹੈ। ਵਿਸਾਖੀ ਨੂੰ ਅਲੱਗ-ਅਲੱਗ ਸਟੇਟਾਂ, ਖੇਤਰਾਂ ਦੇ ਵਿੱਚ ਅਲੱਗ-ਅਲੱਗ ਨਾਮਾਂ ਦੇ ਨਾਲ ਮਨਾਇਆ ਜਾਂਦਾ ਹੈ ਤੇ ਇਹ ਭਾਰਤ ਦਾ ਪੁਰਾਣਾ ਤਿਉਹਾਰ ਹੈ। ਇਸ ਦਾ ਸੰਬੰਧ ਆਰਥਿਕਤਾ ਦੇ ਨਾਲ, ਸਮਾਜਿਕਤਾ ਦੇ ਨਾਲ, ਧਾਰਮਿਕਤਾ ਦੇ ਨਾਲ ਜੁੜਿਆ ਹੋਇਆ ਹੈ। ਇਹਨਾਂ ਪੱਖਾਂ ਵਿੱਚੋਂ ਜਿਹੜਾ ਧਾਰਮਿਕ ਪੱਖ ਹੈ, ਇਹ ਬਹੁਤ ਮਹੱਤਵਪੂਰਨ ਪੱਖ ਹੈ ਤੇ ਜਦੋਂ ਆਪਾਂ ਪੁਰਾਤਨ ਭਾਰਤ ਵੱਲ ਨਜ਼ਰ ਮਾਰਦੇ ਹਨ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਉਦੋਂ ਵਿਸਾਖੀ ਜਿਹੜੀ ਹੈ ਮਨਾਈ ਜਾਂਦੀ ਸੀਗੀ ਤੇ ਇਸ ਦਿਨ ਲੋਕ ਦਰਿਆਵਾਂ 'ਚ, ਸਰੋਵਰਾਂ ਵਿੱਚ ਜਾ ਕੇ ਇਸ਼ਨਾਨ ਕਰਦੇ ਸਨ। ਹਿੰਦੂ ਧਰਮ ਦੇ ਵਿੱਚ ਮਨੌਤ ਹੈ ਕਿ ਇਸ ਦਿਨ ਹੀ ਸਵਰਗ ਤੋਂ ਜਿਹੜੀ ਹੈ ਗੰਗਾ, ਇਹ ਉਹਨਾਂ ਦੇ ਵਿੱਚ ਮਿੱਥ ਹੈ ਕਿ ਇਸ ਧਰਤੀ ਦੇ ਉੱਤੇ ਲਿਆਂਦੀ ਗਈ ਸੀ। ਜਿੱਥੋਂ ਤੱਕ ਸਿੱਖ ਧਰਮ ਦਾ ਸੰਬੰਧ ਹੈ, ਇਹ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਜਦੋਂ ਉਦਾਸੀਆਂ ਦਾ ਆਰੰਭ ਕੀਤਾ, ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ, ਤਾਂ ਉਹ ਵਿਸਾਖ ਦਾ ਹੀ ਦਿਨ ਸੀ ਜਦੋਂ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਜਗਤ ਜਲੰਦੇ ਨੂੰ ਠਾਰਨ ਲਈ, ਲੋਕਾਂ ਦਾ ਮਾਰਗਦਰਸ਼ਨ ਕਰਨ ਦੇ ਲਈ ਉਦਾਸੀਆਂ ਦਾ ਆਗਾਜ਼ ਕੀਤਾ। ਤੇ ਸਾਨੂੰ ਫਿਰ ਪਤਾ ਚੱਲਦਾ ਹੈ ਕਿ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ, ਝੱਖੜ ਵੋ ਨਾ ਡੋਲਈ ਪਰਬਤ ਮਹਿਰਾਣ, ਉਹਨਾਂ ਦੇ ਸਮੇਂ ਤੱਕ ਸੰਗਤ ਭਾਰੀ ਗਿਣਤੀ ਦੇ ਵਿੱਚ ਗੁਰੂ ਸਾਹਿਬਾਨ ਦੇ ਕੋਲ ਆਉਣ ਲੱਗ ਪਈਆਂ ਸਨ ਤੇ ਇਸ ਅਵਸਰ ਦੇ ਉੱਤੇ ਉਹ ਸਰੋਵਰਾਂ ਦੇ ਵਿੱਚ ਇਸ਼ਨਾਨ ਕਰਦੀਆਂ, ਗੁਰੂਆਂ ਤੋਂ ਪਾਵਨ ਸੰਦੇਸ਼ ਲੈਂਦੀਆਂ ਤੇ ਇਸ ਤਰ੍ਹਾਂ ਇਹ ਸਿੱਖੀ ਦੇ ਨਾਲ ਇਸ ਦਾ ਬਹੁਤ ਹੀ ਨੇੜੇ ਦਾ ਸੰਬੰਧ ਜੁੜ ਗਿਆ। ਤੇ ਇਸੇ ਚੀਜ਼ ਨੂੰ ਮੁੱਖ ਰੱਖਦੇ ਹੋਏ ਸਨ 1699 ਈਸਵੀ ਦੇ ਵਿੱਚ ਜਦੋਂ ਖਾਲਸਾ ਪੰਥ ਦੀ ਸਿਰਜਣਾ ਕੀਤੀ ਗਈ ਤਾਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਨ ਨੂੰ ਉਚੇਚੇ ਤੌਰ ਦੇ ਉੱਤੇ ਚੁਣਿਆ ਜੀ। ਬਹੁਤ ਹੀ ਵਧੀਆ ਡਾਕਟਰ ਰਜਿੰਦਰ ਜੀ। ਮੈਂ ਕਹਿੰਦੀ ਹਾਂ ਵੀ ਤੁਸੀਂ ਕਹਿੰਦੇ ਹੋ ਵੀ ਜਿਹੜਾ ਦਿਨ ਹੈ ਬਹੁਤ ਮਹੱਤਵਪੂਰਨ ਹੈ, ਜਿੱਦਾਂ ਜੋ ਸਾਡਾ ਸਿੱਖੀ ਕੈਲੰਡਰ ਹੈਗਾ ਉਹਦੇ ਵਿੱਚ ਵੀ ਇਸ ਦਿਨ ਦੀ ਖਾਸ ਮਹੱਤਤਾ ਹੈ। ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਇਹ ਬੇਸ਼ੱਕ ਵਿਸਾਖੀ ਸਾਰੀ ਦੁਨੀਆ ਦੇ ਵਿੱਚ ਮਨਾਈ ਜਾਂਦੀ ਆ, ਸਾਰੇ ਇੰਡੀਆ 'ਚ ਮਨਾਈ ਜਾਂਦੀ ਆ ਤੇ ਸਾਰੀਆਂ ਵੱਖੋ ਵੱਖਰੇ ਜਿਹੜੇ ਸਾਡੇ ਸੂਬੇ ਹਨ ਉੱਥੇ ਮਨਾਈ ਜਾਂਦੀ ਹੈ, ਲੇਕਿਨ ਸਿੱਖਾਂ ਲਈ ਸਭ ਤੋਂ ਵੱਧ ਜਿਹੜੀ ਹੈਗੀ ਆ ਖਾਲਸੇ ਦਾ ਪੰਥ ਦੇ ਜਨਮ ਦਿਨ ਕਰਕੇ ਮਨਾ ਰਹੇ ਆ। ਹਾਂਜੀ, ਜਿਸ ਤਰ੍ਹਾਂ ਆਪ ਜੀ ਨੇ ਪੁੱਛਿਆ ਹੈ ਕਿ ਉਸ ਸਮੇਂ ਕਿਸ ਪ੍ਰਕਾਰ ਦਾ ਮਾਹੌਲ ਸੀਗਾ, ਇੱਕ ਗੱਲ ਖਾਲਸਾ ਪੰਥ ਦੀ ਸਿਰਜਣਾ ਤੋਂ ਬੜੀ ਸਪਸ਼ਟ ਹੋ ਜਾਂਦੀ ਹੈ
ਸਾਡੇ ਜੀ ਕੋਲ ਸੈयद ਮੁਹੰਮਦ ਲਤੀਫ ਦਾ ਹਵਾਲਾ ਮਿਲਦਾ ਹੈ ਸਾਨੂੰ ਕਿ 80,000 ਤੋਂ ਵੀ ਵੱਧ ਗਿਣਤੀ ਦੇ ਵਿੱਚ ਸੰਗਤ ਦੇਸ਼ ਦੇ ਕੋਨੇ-ਕੋਨੇ ਚੋਂ ਪੂਰੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਅਨੰਦਪੁਰ ਸਾਹਿਬ ਪਹੁੰਚੀ। ਕਿਉਂਕਿ ਜਿੱਦਾਂ ਮੈਂ ਜੀ ਪਹਿਲਾਂ ਦੱਸਿਆ ਹੈ ਕਿ ਤੀਜੇ ਜੀ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਹੀ ਸਿੱਖ ਸੰਗਤ ਗੁਰੂ ਘਰਾਂ ਦੇ ਨਾਲ ਵੱਡੀ ਤਾਦਾਦ ਦੇ ਵਿੱਚ ਵਿਸਾਖੀ ਦੇ ਅਵਸਰ ਉੱਤੇ ਜੁੜਨ ਲੱਗ ਪਈ ਸੀ। ਤਾਂ ਠੀਕ ਇਸੇ ਪ੍ਰਕਾਰ ਅਨੰਦਪੁਰ ਸਾਹਿਬ ਦੇ ਵਿੱਚ 30 ਮਾਰਚ 1699 ਦੀ ਜਿਹੜੀ ਵਿਸਾਖੀ ਹੈ ਉਸ ਨੂੰ ਗੁਰੂ ਮਹਾਰਾਜ ਜੀ ਨੇ ਸੰਗਤਾਂ ਨੂੰ ਹੁਕਮਨਾਮੇ ਭੇਜੇ ਸਨ ਕਿ ਉਹ ਵੱਡੀ ਤਾਦਾਦ ਦੇ ਵਿੱਚ ਆਉਣ ਤੇ ਸੰਗਤ ਜਿਹੜੀ ਹੈ ਗੁਰੂ ਘਰ ਦੇ ਵਿੱਚ ਆਸਥਾ ਰੱਖ ਕੇ ਲਗਭਗ 80,000 ਦੇ ਕਰੀਬ ਸੰਗਤ ਉੱਥੇ ਪਹੁੰਚ ਗਈ। ਤੇ ਜਦੋਂ ਗੁਰੂ ਮਹਾਰਾਜ ਜੀ ਨੇ ਨੰਗੀ ਸ਼ਮਸ਼ੀਰ ਲੈ ਕੇ ਇੱਕ ਸਿਰ ਦੀ ਮੰਗ ਕੀਤੀ ਤਾਂ ਇੱਕ ਵਾਰ ਤਾਂ ਸਨਾਟਾ ਛਾ ਗਿਆ ਤੇ ਭਾਈ ਦਇਆ ਸਿੰਘ ਜੀ ਜਿਹੜੇ ਹਨ ਉਹ ਉੱਠੇ। ਤੇ ਇੱਥੇ ਮੈਂ ਸਪਸ਼ਟ ਕਰਦੀ ਹਾਂ ਕਿ ਜਿਹੜੇ ਇਹ ਪੰਜ ਪਿਆਰੇ ਸੀਗੇ ਇਹ ਕੋਈ ਸਧਾਰਨ ਪੁਰਸ਼ ਨਹੀਂ ਸੀਗੇ। ਇਹ ਗੁਰੂ ਦੀਆਂ ਰਮਜ਼ਾਂ ਬਹੁਤ ਚੰਗੀ ਤਰ੍ਹਾਂ ਸਮਝਦੇ ਸਨ ਕਿ ਗੁਰੂ ਦੇ ਕੋਲ ਮੌਤ ਨਹੀਂ ਹੈ, ਗੁਰੂ ਕੋਲ ਮੁਕਤੀ ਹੁੰਦੀ ਹੈ ਜਾਂ ਅਮਰਤਾ ਹੁੰਦੀ ਹੈ। ਤੇ ਇੱਥੇ ਸਿਰ ਦੇਣ ਦਾ ਅਰਥ ਖਾਲੀ ਸਿਰ ਕਟਵਾਉਣਾ ਨਹੀਂ ਹੈ, ਸਗੋਂ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਦੀ ਰਮਜ ਇਹ ਸੀਸ ਮੰਗਣ ਦੀ ਜਿਹੜੀ ਪੁਕਾਰ ਸੀ ਉਸ ਦੇ ਪਿੱਛੇ ਕੰਮ ਕਰ ਰਹੀ ਸੀ। ਸੋ ਖਾਲਸੇ ਨੇ ਆਪਣੇ ਆਪ ਨੂੰ ਗੁਰੂ ਅੱਗੇ ਸੌਂਪਣਾ ਸੀ ਤੇ ਸ਼ਬਦ ਅਸਗਾਹ ਦੀ ਅਗਵਾਈ ਦੇ ਵਿੱਚ ਤੁਰਨਾ ਸੀ। ਤੇ ਭਾਈ ਦਇਆ ਸਿੰਘ ਜੀ ਪਹਿਲੇ ਨੰਬਰ ਦੇ ਉੱਤੇ ਨਿਤਰੇ ਤੇ ਇਹ ਲਾਹੌਰ ਦੇ ਰਹਿਣ ਵਾਲੇ ਸਨ। ਇਹਨਾਂ ਤੋਂ ਬਾਅਦ ਭਾਈ ਧਰਮ ਸਿੰਘ ਜੀ ਜਿਹੜੇ ਦਿੱਲੀ ਹਸਤਿਨਾਪੁਰ ਨੂੰ ਬਿਲੋਂਗ ਕਰਦੇ ਸਨ ਉਹ ਆਏ। ਉਸ ਤੋਂ ਬਾਅਦ ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਤੇ ਭਾਈ ਸਾਹਿਬ ਨੇ ਸੀਸ ਜਿਹੜੇ ਹਨ ਉਹ ਗੁਰੂ ਅੱਗੇ ਭੇਟ ਕਰ ਦਿੱਤੀ। ਇੱਥੇ ਜੀ ਮੈਂ ਸਪਸ਼ਟ ਕਰਦੇ ਹਾਂ ਇੱਕ ਚੀਜ਼ ਹੋਰ, ਕਈ ਵਾਰ ਸਾਡੇ ਜਿਹੜੇ ਹਨ ਬੁੱਧੀਜੀਵੀ ਜਾਂ ਆਮ ਦਰਸ਼ਕ ਉਹ ਗੱਲ ਨੂੰ ਹੋਰ ਪਾਸੇ ਲੈ ਜਾਂਦੇ ਹਨ ਕਿ ਤੰਬੂ ਦੇ ਵਿੱਚ ਕੀ ਬੰਨਿਆ ਹੋਇਆ ਸੀ, ਗੁਰੂ ਸਾਹਿਬ ਨੇ ਇਹ ਕੌਤਕ ਕਿਸ ਤਰ੍ਹਾਂ ਕੀਤਾ। ਲੇਕਿਨ ਇਸ ਦਾ ਬਹੁਤ ਹੀ ਇੱਕ ਅਹਿਮ ਪੱਖ ਹੈ, ਉਹ ਪੱਖ ਹੈ ਕਿ ਗੁਰੂ ਮਹਾਰਾਜ ਦੀ ਨਜ਼ਰ ਜਿਹੜੀ ਹੈ ਉਹਨਾਂ ਦੇ ਉੱਪਰ ਹੋਈ ਤੇ ਉਸ ਦੇ ਨਤੀਜੇ ਵਜੋਂ ਉਹਨਾਂ ਦੇ ਜੀਵਨ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਹੈ ਉਹ ਪਰਿਵਰਤਨ ਵਾਪਰਿਆ। ਤੇ ਇੱਥੇ ਗੁਰੂ ਘਰ ਦੇ ਵਿੱਚ ਨਜ਼ਰ ਦੇ ਸਿਧਾਂਤ ਨੂੰ ਸਮਝਣ ਦੀ ਬਹੁਤ ਜ਼ਰੂਰਤ ਹੈ, ਜਿਹੜਾ ਕਿ ਜਪਜੀ ਸਾਹਿਬ ਦੇ ਵਿੱਚ ਬਹੁਤ ਹੀ ਖੂਬਸੂਰਤੀ ਦੇ ਨਾਲ ਰੂਪਮਾਨ ਹੋਇਆ ਹੈ। ਬਹੁਤ ਹੀ ਵਧੀਆ ਆਪਣੇ ਡਾਕਟਰ ਜੀ ਆਪਣੇ ਮੈਂ ਇੱਥੇ ਇਹ ਕਹਾਂਗੀ ਵੀ ਤੁਸੀਂ ਬਹੁਤ ਹੀ ਸੋਹਣੀ ਤਰ੍ਹਾਂ ਜੋ ਇਸ ਦੀ ਜੋ ਤੁਸੀਂ ਬੈਕਗਰਾਉਂਡ ਕਹਿੰਦੇ ਆ ਅਨੰਦਪੁਰ ਸਾਹਿਬ ਤੁਸੀਂ ਬਹੁਤ ਅੱਛੀ ਤਰ੍ਹਾਂ ਬਿਆਨ ਕੀਤੀ ਆ। ਲੇਕਿਨ ਜਿਹੜਾ ਤੁਸੀਂ ਗੱਲ ਕੀਤੀ ਆ ਵੀ ਜੋ ਲੋਕ ਜਿਹੜੀ ਕਈ ਜਿਹੜੇ ਗਲਤ ਚੀਜ਼ਾਂ ਨੂੰ ਵੀ ਇਸ ਚੀਜ਼ ਨੂੰ ਇਸ ਦਾ ਬਿਆਨ ਕਰਦੇ ਨੇ ਵੀ ਇਹ ਕੌਤਿਕ ਜਿਹੜੀ ਕੌਤਿਕਤਾ ਦੀ ਗੱਲ ਆ, ਮੇਰੇ ਖਿਆਲ ਜਿੱਥੇ ਤੱਕ ਮੇਰਾ ਆਪਣਾ ਨਿੱਜੀ ਹੈਗਾ ਗਿਆਨ ਹੈਗਾ, ਸਾਡੇ ਗੁਰੂਆਂ ਨੇ ਤਾਂ ਕੌਤਕਾਂ ਵਿੱਚ ਉਹ ਯਕੀਨ ਨਹੀਂ ਸੀ ਰੱਖਦੇ ਬਿਲਕੁਲ। ਉਹਨਾਂ ਨੂੰ ਇਹ ਕੋਈ ਜਿਹੜੇ ਮਿਰੇਕਲਸ ਉਹਨਾਂ ਵਿੱਚ ਹੈ ਹੀ ਨਹੀਂ ਸੀਗੇ, ਜੋ ਸੀਗੀ ਅਸਲੀ ਜ਼ਿੰਦਗੀ ਜਿਹੜੀ ਸੀਗੀ ਜਿਸ ਤਰ੍ਹਾਂ ਦੀ ਇਨਸਾਨੀਅਤ ਦੀ ਹੁੰਦੀ ਆ ਉਹਨਾਂ ਦਾ ਉਹਨਾਂ ਹੀ ਚੀਜ਼ਾਂ ਬਾਰੇ ਵਿਚਾਰ ਸੀਗਾ। ਤੇ ਇਸ ਦੇ ਨਾਲ ਹੀ ਤੁਸੀਂ ਕਿਹਾ ਵੀ ਇਸ ਦਿਨ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜਿੱਥੇ ਵੀ ਸਾਰੇ ਹਿੰਦੁਸਤਾਨ ਦੇ ਵਿੱਚ ਉਹਨਾਂ ਦੇ ਸ਼ਰਧਾਲੂ ਸਨ ਉਹਨਾਂ ਨੇ ਉਸ ਦਿਨ ਬੁਲਾਇਆ। ਇੱਥੋਂ ਮੈਂ ਆਪਣੇ ਦਰਸ਼ਕ ਵੀ ਸੋਚਦੇ ਹੋਣੇ ਔਰ ਮੈਂ ਵੀ ਸੋਚਦੀ ਹਾਂ ਕਿ ਤੁਸੀਂ ਇਹ ਦੱਸੋ ਕਿ ਜਿਹੜੀ ਵਿਸਾਖੀ ਜਿਹੜੀ ਹੈਗੀ ਆ ਇਹ ਸਭ ਤੋਂ ਉਸ ਤੋਂ ਵੀ ਪਹਿਲਾਂ ਦੀ ਮਨਾਈ ਜਾਂਦੀ ਆ, ਕਿਉਂਕਿ ਅਗਰ ਪਹਿਲਾਂ ਦੀ ਮਨਾਈ ਜਾਂਦੀ ਸੀ ਤਾਂ ਆਪਣੇ ਗੁਰੂ ਗੋਬਿੰਦ ਸਿੰਘ ਜੀ ਹੋਰਾਂ ਨੇ ਵੀ ਉਹੀ ਜਿਹੜਾ ਵਿਸਾਖੀ ਦਾ ਦਿਹਾੜਾ ਹੀ ਚੁਣਿਆ ਆਪਣੇ ਜਿੰਨੇ ਵੀ ਪੈਰੋਕਾਰਾਂ ਨੂੰ ਸੱਦਣ ਲਈ। ਉਸ ਦਿਨ ਜਿਹੜਾ ਹੈਗਾ ਦਾਵਤ ਦਿੱਤੀ, ਉਸੇ ਦਿਨ ਉੱਥੇ ਅਨੰਦਪੁਰ ਸਾਹਿਬ ਪਹੁੰਚਣ ਦੀ ਉਹਨਾਂ ਨੇ ਤਾਕੀਦ ਕੀਤੀ ਸੀ। ਸਿੱਖ ਪੰਥ ਦੇ ਮਹਾਨ ਵਿਦਵਾਨ ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਉਚੇਚੇ ਤੌਰ ਦੇ ਉੱਤੇ ਜ਼ਿਕਰ ਕੀਤਾ ਹੈ ਕਿ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਹੀ ਸੰਗਤ ਵਿਸਾਖੀ ਵਾਲੇ ਦਿਨ ਜਿਹੜਾ ਹੈ ਉਹ ਜੁੜਨ ਲੱਗ ਪਈ ਸੀ। ਕਿਉਂਕਿ ਗੁਰੂ ਸਾਹਿਬਾਨ ਨੂੰ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਧਿਆਨ ਦੇ ਨਾਲ ਬਾਣੀ ਦਾ ਪਾਠ ਕਰਾਂਗੇ ਤਾਂ ਇਹ ਗੱਲ ਬੜੀ ਸਪਸ਼ਟ ਰੂਪ ਦੇ ਵਿੱਚ
ਸਾਡੇ ਸਾਹਮਣੇ ਆ ਜਾਂਦੀ ਹੈ ਕਿ ਗੁਰੂ ਸਾਹਿਬ ਨੇ ਲੋਕ ਮਾਨਸਿਕਤਾ ਨੂੰ ਬਹੁਤ ਚੰਗੀ ਤਰ੍ਹਾਂ ਪੜ੍ਹ ਲਿਆ ਸੀ ਤੇ ਉਹਨਾਂ ਨੂੰ ਉਹਨਾਂ ਦੇ ਪੱਧਰ ਅਨੁਸਾਰ ਜਿਹੜਾ ਹੈ ਉਹਨਾਂ ਨਾਲ ਰਾਬਤਾ ਕਾਇਮ ਕਰਕੇ, ਉਹ ਜੁਗਤਾਂ ਵਰਤ ਕਰਕੇ ਉਹਨਾਂ ਨੂੰ ਜ਼ਿੰਦਗੀ ਦਾ ਸਹੀ ਮਾਰਗ ਦਰਸਾਉਣ ਦਾ ਯਤਨ ਕੀਤਾ, ਤਾਂ ਜੋ ਉਹ ਇੱਕ ਸੈਲਫ ਰਿਸਪੈਕਟ ਦੇ ਨਾਲ, ਇੱਕ ਸੁੱਚੀ ਕਿਰਤ ਦੇ ਨਾਲ ਜੁੜ ਕੇ ਇੱਕ ਅਰਥਪੂਰਨ ਜ਼ਿੰਦਗੀ ਜਿਹੜੀ ਹੈ ਉਹ ਬਤੀਤ ਕਰ ਸਕਣ। ਤੇ ਗੁਰੂ ਮਹਾਰਾਜ ਨੇ ਦੇਖਿਆ ਕਿ ਵਿਸਾਖੀ ਦਾ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਪ੍ਰਭਾਵ ਹੈ। ਜਿੱਦਾਂ ਮੈਂ ਪਹਿਲਾਂ ਦੱਸਿਆ ਹੈ ਕਿ ਇਹ ਭਾਰਤ ਦੇ ਵਿੱਚ ਇੱਕ ਮਕਬੂਲ ਤਿਉਹਾਰ ਸੀ। ਲੋਕ ਇਸ ਦਿਨ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਤੀਰਥ ਇਸ਼ਨਾਨ ਕਰਨ ਨੂੰ ਪੁੰਨ ਸਮਝਦੇ ਸਨ। ਤਾਂ ਗੁਰੂ ਮਹਾਰਾਜ ਕੋਲ ਵੀ ਜਿਹੜਾ ਹੈ ਸੰਗਤ ਪਹੁੰਚਣੀ ਸ਼ੁਰੂ ਹੋ ਗਈ ਉਹਨਾਂ ਦੇ ਬੁਲਾਵੇ ਦੇ ਉੱਤੇ। ਤੇ ਸਿੱਖ ਧਰਮ ਦੇ ਵਿੱਚ ਗੁਰ ਸਮਾਨ ਤੀਰਥ ਨਹੀਂ ਕੋਏ, ਇਹ ਗੁਰਬਾਣੀ ਦਾ ਮਹਾਵਾਕ ਹੈ, ਕਿਉਂਕਿ ਗੁਰੂ ਸਾਨੂੰ ਅੰਦਰ ਤੋਂ ਤੇ ਬਾਹਰ ਤੋਂ ਵੀ ਜਿਹੜਾ ਹੈ ਉਹ ਪਿਓਰ ਕਰਦਾ ਹੈ। ਆਨੰਦ ਸਾਹਿਬ ਦੀ ਬਾਣੀ ਵੀ ਇਹ ਸਾਨੂੰ ਸਪਸ਼ਟ ਰੂਪ ਦੇ ਵਿੱਚ ਦੱਸਦੀ ਹੈ ਕਿ ਸਿੱਖ ਨੇ ਅੰਦਰੋਂ ਤੇ ਬਾਹਰੋਂ ਦੋਵੇਂ ਪੱਖਾਂ ਤੋਂ ਪਵਿੱਤਰ ਹੋਣਾ ਹੈ। ਅੰਦਰਲੀ ਸੋਚ ਦੀ ਪਵਿੱਤਰਤਾ ਤੇ ਬਾਹਰਲੀ ਫਿਰ ਉਹ ਵਿਵਹਾਰ ਦੀ ਪਵਿੱਤਰਤਾ ਜਿਹੜੀ ਹੈ ਉਹ ਬਣੇਗੀ। ਸੋ ਗੁਰੂ ਮਹਾਰਾਜ ਨੇ ਜਿਹੜਾ ਹੈ ਸਿੱਖਾਂ ਨੂੰ ਇਸ ਤਿਉਹਾਰ ਦੇ ਉੱਤੇ ਸਹੀ ਸੇਧ ਦੇਣ ਦੇ ਲਈ ਬੁਲਾਵੇ ਭੇਜੇ। ਤੇ ਗੁਰੂ ਸਾਹਿਬਾਨ ਆਪ ਵੀ, ਜਿੱਦਾਂ ਗੁਰੂ ਨਾਨਕ ਦੇਵ ਜੀ ਕੁਰੂਕਸ਼ੇਤਰ ਦੇ ਵਿੱਚ ਸੂਰਜ ਗ੍ਰਹਿਣ ਦੇ ਮੌਕੇ ਦੇ ਉੱਤੇ ਉੱਥੇ ਲੋਕ ਇਕੱਠੇ ਹੋਏ ਸਨ, ਉੱਥੇ ਪਹੁੰਚੇ ਤੇ ਆਪਣਾ ਜਿਹੜਾ ਹੈ ਉਪਦੇਸ਼ ਦਿੱਤਾ। ਸੋ ਗੁਰੂ ਮਹਾਰਾਜ ਜੀ ਨੇ ਇਸ ਨੂੰ ਇੱਕ ਸੁਨਹਿਰੀ ਅਵਸਰ ਸਮਝਿਆ ਸੀ। ਤੇ ਜਿੱਦਾਂ ਮੈਂ ਅਰਜ਼ ਕੀਤਾ ਹੈ ਕਿ ਬਾਕੀ ਗੁਰੂ ਸਾਹਿਬਾਨ ਦੇ ਸਮੇਂ ਵੀ ਸਿੱਖ ਇਸ ਅਵਸਰ ਦੇ ਉੱਤੇ ਉਹਨਾਂ ਦੇ ਕੋਲ ਆਉਂਦੇ ਸਨ। ਤੇ ਗੁਰੂ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਇਸ ਮੌਕੇ ਦੀ ਵੱਡਾ ਇਕੱਠ ਕਰਨ ਦੇ ਲਈ ਚੋਣ ਕੀਤੀ, ਤਾਂ ਜੋ ਇੱਕ ਨਵਾਂ ਜਿਹੜਾ ਹੈ ਖਾਲਸਾ ਪੰਥ ਦੀ ਸਿਰਜਣਾ ਵੀ ਹੋਏਗੀ ਤੇ ਫਿਰ ਇਸ ਦੇ ਸਿਧਾਂਤਾਂ ਤੋਂ, ਫਿਰ ਇਸ ਦੀ ਰਹਿਤ ਤੋਂ ਇੱਕ ਵੱਡੀ ਗਿਣਤੀ ਦੇ ਵਿੱਚ ਸੰਗਤ ਨੂੰ ਜਾਣੂ ਵੀ ਕਰਾਉਣ ਦਾ ਇੱਕ ਸੁਨਹਿਰੀ ਅਵਸਰ ਹੈ। ਤਾਂ ਇਹ ਗੁਰੂ ਮਹਾਰਾਜ ਜੀ ਨੇ ਬਹੁਤ ਸੋਚ ਸਮਝ ਕੇ ਇਸ ਅਵਸਰ ਦੀ ਚੋਣ ਕੀਤੀ ਸੀ ਤੇ ਇਹ ਇੱਕ ਬਹੁਤ ਹੀ ਇਸ ਦੇ ਦੂਰਗਾਮੀ ਸਿੱਟੇ ਵੀ ਫਿਰ ਨਿਕਲੇ। ਜੀ ਆਪਣੇ ਡਾਕਟਰ ਰਜਿੰਦਰ ਸਿੰਘ ਜੀ, ਬਿਲਕੁਲ ਤੁਸੀਂ ਬਹੁਤ ਅੱਛੀ ਤਰ੍ਹਾਂ ਸਪਸ਼ਟ ਤੌਰ ਤੇ ਆਪਣੇ ਦਰਸ਼ਕਾਂ ਦੇ ਨਾਲ ਇਹ ਸਾਂਝ ਪਾ ਲਈ ਹੈ ਕਿ ਜੋ ਵਿਸਾਖੀ ਹੈਗੀ ਆ ਉਹ ਆਪਣੇ 1699 ਜਿਸ ਦਿਨ ਆਪਣਾ ਖਾਲਸਾ ਪੰਥ ਦੀ ਸਾਜਨਾ ਹੋਈ, ਵਿਸਾਖੀ ਉਸ ਤੋਂ ਪਹਿਲਾਂ ਵੀ ਮਨਾਈ ਜਾਂਦੀ ਸੀ। ਜਿਸ ਤਰ੍ਹਾਂ ਕਿ ਤੁਸੀਂ ਕਹਿ ਰਹੇ ਹੋ ਕਿ ਤੀਜੇ ਗੁਰੂਆਂ ਤੋਂ ਲੈ ਕੇ ਇਹ ਜਿਹੜੀ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਸੀ, ਪਹਿਲਾਂ ਵੀ ਮਨਾਇਆ ਜਾਂਦਾ ਸੀ। ਲੇਕਿਨ ਆਪਾਂ ਹੁਣ ਗੱਲ ਕਰਦੇ ਹਾਂ ਕਿ ਜਿਸ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ, ਤੁਸੀਂ ਇਹ ਵੀ ਕਹਿ ਰਹੇ ਹੋ ਕਿ ਗੁਰੂ ਜੀ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਜਿਹੜੀ ਤੇਜ, ਆਪਣੀ ਜਿਹੜੀ ਹੈਗੀ ਆ ਨੰਗੀ ਤਲਵਾਰ ਲੈ ਕੇ ਜਾਂ ਨੰਗੀ ਜਿਹੜੀ ਹੈਗੀ ਆ ਤੇਗ ਲੈ ਕੇ ਉਹਨਾਂ ਨੇ ਆਪਣੇ ਜਿਹੜੇ ਆਏ ਸਾਰੇ ਮਹਿਮਾਨਾਂ ਨੂੰ ਜਾਂ ਸ਼ਰਧਾਲੂਆਂ ਨੂੰ ਇਹ ਕਿਹਾ ਕਿ ਉਹਨਾਂ ਨੂੰ ਆਪਣੀ ਲਈ ਇੱਕ ਸਿਰ ਦੀ ਜ਼ਰੂਰਤ ਹੈ। ਤੇ ਜਿੱਥੇ ਤੱਕ ਮੇਰਾ ਖਿਆਲ ਹੈ ਉਹਨਾਂ ਨੂੰ ਇਹ ਵੀ ਕਿਹਾ ਗਿਆ ਵੀ ਕੌਣ ਹੈ ਤੁਹਾਡੇ ਵਿੱਚੋਂ ਜਿੰਨੇ ਬੈਠੇ ਹੋ ਵੀ ਮੇਰੇ ਲਈ ਆਪਣਾ ਕੁਰਬਾਨੀ ਕੌਣ ਦੇ ਸਕਦਾ ਹੈ। ਜਿਸ ਤਰ੍ਹਾਂ ਤੁਸੀਂ ਇਹ ਕਹਿ ਦਿੱਤਾ ਕਿ ਉਸ ਸਮੇਂ ਸ਼ਨਾਟਾ ਛਾ ਗਿਆ, ਲੇਕਿਨ ਹੌਲੀ ਹੌਲੀ ਤੇ ਭਾਈ ਦਿਆ ਸਿੰਘ ਜੀ ਕਹਿੰਦੇ ਉੱਠ ਕੇ ਉਹ ਖੜੇ ਹੋਏ, ਕਹਿੰਦੇ ਮੇਰਾ ਸਿਰ ਗੁਰੂ ਜੀ ਤੁਹਾਡੇ ਲਈ ਹਾਜ਼ਰ ਹੈ। ਤੇ ਇੱਥੇ ਤੁਸੀਂ ਗੱਲ ਕੀਤੀ ਆ ਪੰਜਾਂ ਪਿਆਰਿਆਂ ਦੀ, ਤੇ ਤੁਸੀਂ ਜਿਹੜਾ ਆਪਣੇ ਜਦੋਂ ਆਪਾਂ ਪੰਜ ਪਿਆਰਿਆਂ ਦਾ ਸਭ ਤੋਂ ਪਹਿਲਾਂ ਨਾਂ ਦਿਆ ਸਿੰਘ ਜੀ ਹੋਰਾਂ ਦਾ ਆਉਂਦਾ, ਤੇ ਉਸ ਤੋਂ ਅੱਗੇ ਆਪਾਂ ਧਰਮ ਸਿੰਘ ਜੀ ਦੀ ਗੱਲ ਕਰਦੇ ਹਾਂ, ਫਿਰ ਹਿੰਮਤ ਸਿੰਘ ਜੀ ਦੀ ਗੱਲ ਕਰਦੇ ਹਾਂ, ਫਿਰ ਮੋਹਕਮ ਸਿੰਘ ਦੀ ਗੱਲ ਕਰਦੇ ਹਾਂ, ਤੇ ਪੰਜਵੇਂ ਫਿਰ ਸਾਹਿਬ ਸਿੰਘ ਦੀ ਗੱਲ ਕਰਦੇ ਹਾਂ। ਤੁਸੀਂ ਆਪਣੇ ਰਜਿੰਦਰ ਸਿੰਘ ਜੀ ਇਹ ਜਿਹੜੇ ਪੰਜ ਪਿਆਰਿਆਂ ਦੇ ਬਾਰੇ ਥੋੜਾ ਚਾਨਣਾ ਪਾਵੋ ਵੀ ਇਹ ਜਿਹੜੇ ਨਾਂ ਹੈਗੇ ਆ ਬਹੁਤ ਹੀ ਜਿੱਦਾਂ ਅਪਲਬਧ ਹਨ, ਬੜੇ ਯੂਨੀਕ ਨਾਂ ਹਨ। ਤੁਸੀਂ ਇਹਨਾਂ ਬਾਰੇ ਕੀ ਸੋਚਦੇ ਹੋ ਕਿ ਆਪਾਂ ਇਹਨਾਂ ਨਾਮਾਂ ਤੋਂ ਸਾਨੂੰ ਕੀ ਸਿੱਖਣ ਨੂੰ ਮਿਲਦਾ ਹੈ? ਇਹ ਤੁਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝ ਪਾਓ। ਸਭ ਤੋਂ ਪਹਿਲਾਂ ਤੇ ਇਹ ਦੱਸੋ ਕਿ ਦਿਆ ਦਾ ਕੀ ਮਤਲਬ ਹੈ? ਹਾਂਜੀ, ਇਹ ਜਿਹੜੇ ਪੰਜ ਪਿਆਰੇ ਹਨ ਇਹਨਾਂ ਦੇ ਜਿਹੜੇ ਨਾਮ ਹਨ ਉਹ ਵੀ ਬਹੁਤ ਅਰਥਪੂਰਨ ਹਨ। ਉਹ ਗੁਣਾਂ ਦੇ ਨਾਲ ਜਿਹੜੇ ਹਨ ਉਹ ਜੁੜੇ ਹੋਏ ਹਨ। ਸਿੱਖ ਧਰਮ ਦੇ ਵਿੱਚ ਜਾਤ ਪਾਤ ਜਾਂ ਰੁਤਬਿਆਂ ਦੀ ਮਹਾਨਤਾ ਨਹੀਂ ਹੈ। ਸਿੱਖ ਧਰਮ ਦੇ ਵਿੱਚ ਮਹਾਨਤਾ ਇਸ ਗੱਲ ਦੀ ਹੈ ਕਿ ਉਹ ਵਿਅਕਤੀ ਜਿਹੜਾ ਹੈ ਉਹ ਸਮਾਜ ਦੇ ਲਈ, ਬਿਹਤਰੀ ਲਈ ਕੀ ਯੋਗਦਾਨ ਦੇ ਰਿਹਾ ਹੈ। ਵਿਸ਼ੇਸ਼ ਧਰਮ ਦਾ ਪ੍ਰਮੁੱਖ ਜਿਹੜਾ ਤਰਕ ਹੈ ਉਹਨੂੰ ਜਦੋਂ ਆਪਾਂ ਦੇਖੀਏ ਤਾਂ ਸਿੱਖ ਧਰਮ ਸਰਬੱਤ ਦੇ ਭਲੇ ਦੇ ਨਾਲ ਜੁੜਿਆ ਹੋਇਆ ਹੈ। ਇਹ ਮੈਂ ਦੀ ਥਾਂ ਸਰਬੱਤ ਦੀ ਗੱਲ ਕਰਦਾ ਹੈ, ਸਮੁੱਚੀ ਮਾਨਵਤਾ ਦੇ ਭਲੇ ਦੀ ਗੱਲ ਕਰਦਾ ਹੈ। ਤਾਂ ਭਾਈ ਦਇਆ ਸਿੰਘ ਜੀ ਜਿਹੜੇ ਹਨ
ਇਹ ਇਹਨਾਂ ਦਾ ਨਾਮ ਹੀ ਦਇਆ ਦੇ ਨਾਲ ਜੁੜਿਆ ਹੋਇਆ ਹੈ। ਮਹਾਭਾਰਤ ਦੇ ਵਿੱਚ ਕਿਹਾ ਗਿਆ ਹੈ ਕਿ ਦਇਆ ਹੀ ਸਭ ਤੋਂ ਉੱਤਮ ਧਰਮ ਹੈ। ਤੋ ਸਿੱਖ ਧਰਮ ਜੀ ਦੇ ਵਿੱਚ ਵੀ ਗੁਰੂ ਨਾਨਕ ਦੇਵ ਜੀ ਨੇ ਧੌਲ ਧਰਮ ਦਇਆ ਕਾ ਪੂਤ, ਸੋ ਧਰਮ ਨੂੰ ਦਇਆ ਦੇ ਨਾਲ ਜੋੜਿਆ ਹੈ ਕਿ ਧਰਮ ਦੇ ਵਿੱਚ ਦਇਆ ਹੋਣੀ ਜ਼ਰੂਰੀ ਹੈ। ਉਸ ਦੇ ਮਨ ਦੇ ਵਿੱਚ ਜੋ ਵੀ ਧਾਰਮਿਕ ਆਦਮੀ ਹੈ, ਵਿਅਕਤੀ ਹੈ, ਉਹ ਸੰਸਾਰ ਨੂੰ ਦਇਆ ਦੀ ਦ੍ਰਿਸ਼ਟੀ ਤੋਂ ਦੇਖੇ, ਦੂਜਿਆਂ ਦੇ ਦੁੱਖ ਸੁੱਖ ਨੂੰ ਆਪਣਾ ਦੁੱਖ ਸੁੱਖ ਵਜੋਂ ਸਮਝੇ, ਉਸ ਦੇ ਅੰਦਰ ਜੀ ਸੰਵੇਦਨਸ਼ੀਲਤਾ ਹੋਣੀ ਚਾਹੀਦੀ ਹੈ। ਸੋ ਭਾਈ ਜੀ ਦਇਆ ਸਿੰਘ ਜੀ ਦੇ ਅੰਦਰ ਧਰਮ ਹੈ ਦਇਆ, ਜਿਹੜਾ ਧਰਮ ਦਾ ਬਹੁਤ ਹੀ ਜ਼ਰੂਰੀ ਲੱਛਣ ਹੈ, ਉਹ ਵਿਆਪਕ ਹੈ ਉਹਨਾਂ ਦੇ ਨਾਮ ਤੋਂ। ਤੇ ਦੂਜਾ ਫਿਰ ਭਾਈ ਧਰਮ ਸਿੰਘ ਜੀ, ਸੋ ਧਰਮ ਦੀ ਜਿਹੜੀ ਵਿਆਪਕਤਾ ਵੀ, ਉਹ ਧਰਮ ਜਿਹੜਾ ਹੈ ਮਨੁੱਖਤਾ ਨੂੰ ਅਗਵਾਈ ਦੇਣ ਵਾਲਾ ਹੈ, ਸਮਾਜਿਕ ਸਰੋਕਾਰਾਂ ਦੇ ਨਾਲ ਇਹ ਜੁੜਿਆ ਹੋਇਆ ਹੈ। ਤੇ ਸਿੱਖ ਧਰਮ ਦੇ ਵਿੱਚ ਜਿਹੜਾ ਧਰਮ ਹੈ, ਇਹ ਦੁਨੀਆ ਨੂੰ ਛੱਡਣ ਦਾ ਨਾਮ ਨਹੀਂ, ਨਾ ਸੰਸਾਰ ਨੂੰ ਕੋਸਣ ਦਾ ਨਾਮ ਹੈ, ਸਗੋਂ ਸੰਸਾਰ ਨੂੰ ਸੁੰਦਰ ਬਣਾਉਣ ਦਾ ਨਾਮ ਹੈ। ਇਹ ਆਪਣੇ ਫਰਜ਼ਾਂ ਤੇ ਦੂਜੇ ਦੇ ਅਧਿਕਾਰਾਂ ਦੇ ਵਿੱਚ ਇੱਕ ਸਹੀ ਸੰਤੁਲਨ ਬਣਾਉਣਾ, ਇੱਕ ਬੈਲੈਂਸ ਬਣਾਉਣਾ ਧਰਮ ਦਾ ਇੱਕ ਜ਼ਰੂਰੀ ਅੰਗ ਹੈ। ਸੋ ਗੁਰੂ ਸਾਹਿਬਾਨ ਨੇ ਸੰਸਾਰ ਛੱਡਣ ਦੀ ਬਜਾਏ ਸੰਸਾਰ ਨੂੰ ਸੁੰਦਰ ਬਣਾਉਣ, ਆਪਣੇ ਫਰਜ਼ਾਂ ਦਾ ਅਹਿਸਾਸ ਕਰਨ, ਰਿਸ਼ਤਿਆਂ ਨੂੰ ਅਰਥਪੂਰਨ ਬਣਾਉਣ ਦਾ ਸਾਨੂੰ ਸੰਦੇਸ਼ ਦਿੱਤਾ ਹੈ। ਇਸੇ ਪ੍ਰਕਾਰ ਭਾਈ ਹਿੰਮਤ ਸਿੰਘ ਜੀ ਦਾ ਹਿੰਮਤ ਜਿਹੜੀ ਹੈ ਇਹ ਬੜਾ ਜ਼ਰੂਰੀ ਗੁਣ ਹੈ। ਜਦੋਂ ਅਸੀਂ ਕਿਸੇ ਵੀ ਕੰਮ ਕਰਾਂਗੇ ਤਾਂ ਸਾਡੇ ਵਿੱਚ ਇੱਕ ਹਿੰਮਤ, ਇੱਕ ਕੌਨਫੀਡੈਂਸ ਜਿਹੜਾ ਉਹ ਹੋਣਾ ਅਤੀ ਅੰਤ ਜ਼ਰੂਰੀ ਹੈ। ਸੋ ਹਿੰਮਤ ਜਿਹੜੀ ਹੈ ਸਿੱਖ ਨੇ, ਉਹ ਗੁਰੂ ਦੇ ਅਕਾਲ ਪੁਰਖ ਦਾ ਭਰੋਸਾ ਜਿਹੜਾ ਹੈ ਉਸ ਤੋਂ ਪੈਦਾ ਹੁੰਦੀ ਹੈ। ਤੇ ਖਾਲਸਾ ਆਪਣੇ ਆਪ ਨੂੰ ਅਕਾਲ ਪੁਰਖ ਦੀ ਫੌਜ ਮੰਨਦਾ ਹੈ ਤੇ ਅਕਾਲ ਪੁਰਖ ਨੂੰ ਆਪਣੇ ਅੰਗ ਸੰਗ ਜਿਹੜਾ ਹੈ ਉਹ ਸਮਝਦਾ ਹੈ। ਕਨੰਗਾ ਨੇ ਬਹੁਤ ਸੋਹਣਾ ਲਿਖਿਆ ਹੈ ਕਿ ਗੋਡ ਵਾਸ देयर ਹੈਲਪਰ ਐਂਡ ਓਨਲੀ ਜੱਜ। ਜਦੋਂ 18ਵੀਂ ਸਦੀ ਦੇ ਵਿੱਚ ਸਿੱਖਾਂ ਦਾ ਪੱਤਾ ਬੈਰੀ ਹੋ ਗਿਆ, ਉਹਨਾਂ ਦੇ ਸਿਰਾਂ ਦੇ ਮੁੱਲ ਪੈਣ ਲੱਗੇ, ਤਾਂ ਉਸ ਸਮੇਂ ਉਹਨਾਂ ਨੂੰ ਅਕਾਲ ਪੁਰਖ ਦੇ ਆਪਣੇ ਅੰਗ ਸੰਗ ਹੋਣ ਦਾ ਅਹਿਸਾਸ ਸੀਗਾ। ਉਹ ਉਹਨਾਂ ਨੂੰ ਚੜ੍ਹਦੀ ਕਲਾ ਜਿਹੜੀ ਹੈ ਬਖਸ਼ ਰਿਹਾ ਸੀ। ਉਹਨਾਂ ਨੂੰ ਤਾਂ ਕਈ ਦਿਨ ਖਾਣਾ ਵੀ ਉਹਨਾਂ ਦਿਨਾਂ ਦੇ ਵਿੱਚ ਨਸੀਬ ਨਹੀਂ ਸੀ ਹੁੰਦਾ, ਹਥਿਆਰ ਵੀ ਬਹੁਤ ਘੱਟ ਹੁੰਦੇ ਸਨ, ਲੇਕਿਨ ਉਹਨਾਂ ਨੇ ਉਸ ਸਮੇਂ ਵੀ ਖਾਲਸਾ ਸਪਿਰਿਟ ਨੂੰ ਜਿਹੜਾ ਹੈ ਉਹ ਕਾਇਮ ਰੱਖਿਆ। ਤੇ ਅੱਗੇ ਮੋਹਕਮ ਦਾ ਅਰਥ ਹੈ ਦ੍ਰਿੜਤਾ। ਸੋ ਦ੍ਰਿੜਤਾ ਜਿਹੜੀ ਹੈ ਉਹ ਦੋ ਪ੍ਰਕਾਰ ਦੀ ਹੁੰਦੀ ਹੈ। ਇੱਕ ਤਾਂ ਕਈ ਵਾਰ ਵਿਅਕਤੀ ਬਦੀ ਵਾਲੇ ਪਾਸੇ ਨੂੰ ਤੁਰ ਜਾਂਦੇ ਹਨ, ਜਿੱਦਾਂ ਰਾਵਣ ਉਹ ਬਦੀ ਦੇ ਉੱਤੇ ਅੰਤ ਤੱਕ ਤੁਲਿਆ ਰਿਹਾ, ਲੇਕਿਨ ਖਾਲਸੇ ਦੀ ਜਿਹੜੀ ਦ੍ਰਿੜਤਾ ਹੈ ਉਹ ਸੱਚਾਈ ਦੇ ਉੱਤੇ ਹੈ, ਜਿਸ ਨੂੰ ਬਾਂਹ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ ਬਾਂਹ ਨਾ ਛੋੜੀਐ, ਗੁਰੂ ਤੇਗ ਬਹਾਦਰ ਬੋਲਿਆ ਧਰ ਪਈਆ ਧਰਮ ਨਾ ਛੋੜੀਐ। ਸੋ ਮਜਲੂਮਾਂ ਦੀ ਰਾਖੀ, ਖਾਲਸਾ ਸੋਏ ਨਿਰਧਨ ਕੋ ਪਾਲੇ, ਖਾਲਸਾ ਸੋਏ ਦੁਸ਼ਟ ਕੋ ਗਾਲੇ। ਸੋ ਨਿਰਧਨ ਨੂੰ ਪਾਲਣ ਤੇ ਦੁਸ਼ਟ ਨੂੰ ਗਾਲਣ ਦੀ ਜਿਹੜੀ ਦ੍ਰਿੜਤਾ ਹੈ ਉਹ ਖਾਲਸੇ ਦੇ ਵਿੱਚ ਵਿਆਪਕ ਹੈ। ਸੋ ਭਾਈ ਮੋਹਕਮ ਸਿੰਘ ਜੀ ਦਾ ਨਾਮ ਜਿਹੜਾ ਹੈ ਉਹ ਸਾਨੂੰ ਖਾਲਸੇ ਦੇ ਅੰਦਰ ਦ੍ਰਿੜਤਾ ਪੈਦਾ ਕਰਦਾ ਹੈ। ਇਸੇ ਪ੍ਰਕਾਰ ਸਾਹਿਬ ਦਾ ਭਾਵ ਹੈ ਕਿ ਖਾਲਸੇ ਨੇ ਜ਼ਾਲਮ ਜਿਹੜੀ ਹੁਕੂਮਤ ਹੈ, ਜੋ ਸਟੇਟ ਦੀ ਦਹਿਸ਼ਤ ਹੈ, ਉਸ ਦੇ ਅੱਗੇ ਝੁਕਣਾ ਨਹੀਂ। ਕਈ ਵਾਰ ਵਿਅਕਤੀ ਜਿਹੜੇ ਹਨ ਗੁਣਵਾਨ ਹੁੰਦੇ ਹਨ, ਲੇਕਿਨ ਉਹ ਸਟੇਟ ਦੀ ਦਹਿਸ਼ਤ ਅੱਗੇ ਜਿਹੜਾ ਲੋਕ ਹਤੈਸ਼ੀ ਹੋਣ ਦੀ ਬਜਾਏ ਲੋਕਾਂ ਦਾ ਸ਼ੋਸ਼ਣ ਕਰਨ ਦੇ ਉੱਤੇ ਤੁਲ ਜਾਏ, ਤਾਂ ਉਸ ਦੀ ਤਰਫ ਜਿਹੜਾ ਹੈ ਦਬ ਜਾਂਦੇ ਹਨ, ਸਮਝੌਤਾ ਕਰ ਲੈਂਦੇ ਹਨ। ਤੇ ਇਸ ਪ੍ਰਕਾਰ ਮਾਨਵਤਾ ਦੇ ਹਿੱਤਾਂ ਦੇ ਨਾਲ ਖਿਲਵਾੜ ਹੋਣ ਲੱਗਦਾ ਹੈ। ਗੁਰੂ ਤੇਗ ਬਹਾਦਰ ਜੀ ਨੇ ਹੀ ਬਹੁਤ ਸਪਸ਼ਟ ਰੂਪ ਦੇ ਵਿੱਚ ਕਿਹਾ ਸੀ, ਪੈ ਕਾਹੂ ਕੋ ਦੇਤਨੇ ਨਹਿ ਪੈ ਮਾਨਤਾਨ, ਕੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਬਖਾਨ। ਸੋ ਗਿਆਨੀਆਂ ਦਾ, ਬੁੱਧੀਜੀਵੀਆਂ ਦਾ, ਰੋਸ਼ਨ ਦਿਮਾਗਾਂ ਦਾ ਇਹ ਫਰਜ਼ ਬਣ ਜਾਂਦਾ ਹੈ ਕਿ ਉਹ ਹਕੂਮਤ ਦੇ ਜਿਹੜੇ ਲੋਕ ਹਿੱਤਾਂ ਦੇ ਉਲਟ ਫੈਸਲੇ ਲਏ ਜਾਂਦੇ ਹਨ, ਉਹਨਾਂ ਦੇ ਵਿਰੁੱਧ ਨਿਰਭੈ ਹੋ ਕੇ, ਨਿਰਵੈਰ ਹੋ ਕਰਕੇ ਮਾਨਵਤਾ ਦੇ ਹਿੱਤਾਂ ਦੇ ਵਿੱਚ ਆਵਾਜ਼ ਬੁਲੰਦ ਕਰਨ। ਸਿੱਖ ਧਰਮ ਦੀ ਇਹ ਖਾਸ ਖੂਬੀ ਹੈ, ਕੋ ਨਮਾਣੀ ਨਤਾਣੀ ਜਨਤਾ ਦੇ ਪੱਖ ਦੇ ਵਿੱਚ ਖੜੇ ਹੋਏ। ਉਹਨਾਂ ਨੇ ਕਦੇ ਵੀ ਜਿਹੜਾ ਸਟੇਟ ਹੈ ਉਸ ਤੋਂ
ਆਪਣੇ ਲਈ ਕੋਈ ਗ੍ਰਾਂਟਾਂ, ਆਪਣੇ ਲਈ ਕੋਈ ਅਨੁਦਾਨ, ਆਪਣੇ ਲਈ ਕੋਈ ਸਹੂਲਤਾਂ ਹਾਸਲ ਨਹੀਂ ਕੀਤੀਆਂ, ਸਗੋਂ ਸਟੇਟ ਨੂੰ ਕਿਹਾ ਕਿ ਉਹਨਾਂ ਨੂੰ ਲੋਕ ਹਿੱਤਾਂ ਦੇ ਵਿੱਚ ਫੈਸਲੇ ਕਰਨੇ ਚਾਹੀਦੇ ਹਨ। ਜ਼ਫਰਨਾਮਾ ਵੀ ਜੋ ਗੁਰੂ ਮਹਾਰਾਜ ਜੀ ਨੇ ਔਰੰਗਜ਼ੇਬ ਨੂੰ ਲਿਖਿਆ, ਉਹਦੇ ਵਿੱਚ ਬਹੁਤ ਹੀ ਸਪਸ਼ਟ ਰੂਪ ਦੇ ਵਿੱਚ ਇਹ ਕਿਹਾ ਕਿ ਤੈਨੂੰ ਪਰਮਾਤਮਾ ਨੇ ਬਾਦਸ਼ਾਹ ਬਣਾਇਆ ਹੈ, ਬਾਦਸ਼ਾਹ ਦੇ ਕੰਮ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨਾ ਹੁੰਦਾ ਹੈ, ਪ੍ਰਜਾ ਨੂੰ ਆਪਣੀ ਸੰਤਾਨ ਦੀ ਤਰ੍ਹਾਂ ਸਮਝਣਾ ਹੁੰਦਾ ਹੈ। ਤੂੰ ਇੱਕ ਸੱਚੇ ਸੁੱਚੇ ਮੁਸਲਮਾਨ ਦੀ ਤਰ੍ਹਾਂ ਆਪਣੇ ਫਰਜ਼ਾਂ ਨੂੰ ਪਹਿਚਾਣ ਤੇ ਆਪਣੀ ਪ੍ਰਜਾ ਦੇ ਨਾਲ ਵਧੀਆ ਸਲੂਕ ਤੈਨੂੰ ਕਰਨਾ ਚਾਹੀਦਾ ਹੈ। ਸੋ ਇੱਕ ਚੀਜ਼ ਮੈਂ ਸਪਸ਼ਟ ਕਰ ਦਿਆਂ ਕਿ ਗੁਰੂ ਮਹਾਰਾਜ ਜੀ ਨੇ, ਕਿਉਂਕਿ ਬਾਦਸ਼ਾਹ ਦੀ ਜਿਹੜੀ ਉਸ ਸਮੇਂ ਸੱਤਾ ਸੀਗੀ, ਉਹਨੂੰ ਮੰਨਿਆ ਜਾਂਦਾ ਸੀ ਕਿ ਪ੍ਰਮਾਤਮਾ ਵੱਲੋਂ ਲੋਕਾਂ ਦੇ ਉੱਤੇ ਰਾਜ ਕਰਨ ਵਾਸਤੇ ਥਾਪਿਆ ਹੋਇਆ ਇੱਕ ਮਨੁੱਖ ਹੈ, ਇਸ ਦੇ ਅੱਗੇ ਕਿਸੇ ਨੇ ਕਿੰਤੂ ਪਰੰਤੂ ਨਹੀਂ ਕਰਨਾ ਹੈ। ਸੋ ਗੁਰੂ ਮਹਾਰਾਜ ਜੀ ਨੇ ਇਸ ਬਾਤ ਨੂੰ ਉਲਟਾਇਆ ਤੇ ਉਹਦੀ ਬਜਾਏ ਜਿਹੜਾ ਹੈ ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ, ਅਕਾਲ ਪੁਰਖ ਦਾ ਬਿੰਬ ਜਿਹੜਾ ਹੈ ਉਹ ਸਥਾਪਿਤ ਕੀਤਾ ਕਿ ਉਹ ਦੁਨਿਆਵੀ ਬਾਦਸ਼ਾਹ ਦੀ ਬਜਾਏ ਇੱਕ ਸੱਚਾ ਸੁੱਚਾ ਸਦੀਵੀ ਪਾਤਸ਼ਾਹ ਹੈ, ਜਿਸ ਅੱਗੇ ਪਤਾ ਨਹੀਂ ਕਿੰਨੀਆਂ ਧਰਤੀਆਂ ਦੇ ਹੋਰ ਬਾਦਸ਼ਾਹ ਨਤਮਸਤਕ ਹੁੰਦੇ ਹਨ। ਉਸ ਦੀ ਸੱਤਾ ਸਰਵ ਸ਼ਕਤੀਮਾਨ ਸਦੀਵੀ ਹੈ, ਅਨੰਤ ਹੈ। ਸੋ ਮਨੁੱਖ ਨੇ ਉਸ ਅਕਾਲ ਪੁਰਖ ਦੇ ਅੱਗੇ ਟੇਕ ਰੱਖਣੀ ਹੈ ਤੇ ਦੁਨਿਆਵੀ ਬਾਦਸ਼ਾਹ ਜਿਹੜਾ ਲੋਕਾਂ ਦੇ ਉੱਤੇ ਅਤਿਆਚਾਰ ਕਰ ਰਿਹਾ ਹੈ, ਉਸ ਦੇ ਵਿਰੋਧ ਆਪਣੀ ਆਵਾਜ਼ ਬੁਲੰਦ ਕਰਨੀ ਹੈ। ਤੇ ਆਵਾਜ਼ ਬੁਲੰਦ ਕਰਨੀ ਕੋਈ ਗਲਤ ਨਹੀਂ, ਸਗੋਂ ਇਹ ਅਸਲੀ ਧਰਮ ਹੈ। ਤੇ ਸਦਾ ਅੰਗ ਸੰਗੇ ਉਹ ਅਕਾਲ ਪੁਰਖ ਐਸੇ ਮਨੁੱਖਾਂ ਦੇ ਉੱਤੇ ਮਿਹਰ ਭਰੇ ਹੱਥ ਰੱਖਦਾ ਹੈ, ਜਿਹੜੇ ਗਰੀਬ ਗੁਰਬਿਆਂ, ਨਿਰਧਨਾਂ, ਨਮਾਣਿਆਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਦੇ ਹਨ ਤੇ ਜ਼ਾਲਮ ਨਿਜ਼ਾਮ ਦੇ ਜ਼ੁਲਮਾਂ ਦੀ ਵਿਰੋਧਤਾ ਕਰਦੇ ਹਨ। ਇਕੱਲੇ ਇਕੱਲੇ ਨਾਮ ਤੇ ਤੁਸੀਂ ਬਹੁਤ ਹੀ ਸੋਹਣਾ ਵੇਰਵਾ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ। ਜਿਸ ਦਿਨ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ 30 ਮਾਰਚ 1699 ਨੂੰ ਪੰਜ ਪਿਆਰੇ, ਜਿਹੜੇ ਪੰਜ ਬੰਦੇ ਖੜੇ ਹੋ ਕੇ, ਜਿਹੜੇ ਕਿ ਵੱਖੋ ਵੱਖਰੀਆਂ ਜਾਤਾਂ ਦੇ ਬੰਦੇ ਸੀ, ਖੜੇ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੀ ਜਿਹੜੀ ਹੈਗੀ ਆ, ਜਿੱਦਾਂ ਉਹਨਾਂ ਨੇ ਕਹਿ ਦਿੱਤਾ ਵੀ ਸਾਡਾ ਜਿਹੜਾ ਸਿਰ ਹੈ ਤੁਹਾਡੇ ਹਵਾਲੇ ਆ, ਤੁਸੀਂ ਜੋ ਸਾਨੂੰ ਮਰਜ਼ੀ ਕਰ ਦਿਓ। ਉਸ ਤੋਂ ਬਾਅਦ ਫਿਰ ਕੀ ਹੋਇਆ ਸੀ? ਹਾਂਜੀ, ਆਪ ਜੀ ਨੇ ਸਵਾਲ ਕੀਤਾ, ਜਦੋਂ ਪੰਜ ਪਿਆਰਿਆਂ ਨੇ ਗੁਰੂ ਮਹਾਰਾਜ ਜੀ ਨੂੰ ਆਪਣੇ ਸੀਸ ਭੇਟੇ, ਮੈਂ ਪਹਿਲਾਂ ਵੀ ਅਰਜ਼ ਕੀਤੀ ਸੀਗੀ ਕਿ ਇਸ ਦਾ ਅਰਥ ਖਾਲੀ ਸਿਰ ਕਟਵਾਉਣਾ ਨਹੀਂ ਹੈ। ਇਸ ਦੇ ਵਿੱਚ ਉਹ ਗੁਰੂ ਮਹਾਰਾਜ ਦੀਆਂ ਰਮਜ਼ਾਂ ਨੂੰ ਸਮਝਦੇ ਸੀ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ, ਕਿਉਂਕਿ ਉਹ ਗੁਰਬਾਣੀ ਪੜ੍ਹਨ ਵਾਲੇ ਸਨ। ਤੇ ਜਦੋਂ ਉਹਨਾਂ ਨੇ ਆਪਣੇ ਸੀਸ ਭੇਟ ਕਰ ਦਿੱਤੇ ਤਾਂ ਇਹਦਾ ਅਰਥ ਸੀਗਾ ਕਿ ਅਸੀਂ ਅੱਜ ਤੋਂ ਗੁਰੂ ਮਹਾਰਾਜ ਦੀ ਅਗਵਾਈ ਦੇ ਵਿੱਚ ਤੁਰਨਾ ਹੈ। ਤੇ ਗੁਰੂ ਮਹਾਰਾਜ ਜੀ ਨੇ ਪੰਜਾਂ ਬਾਣੀਆਂ ਦਾ ਪਾਠ ਕਰਕੇ ਸਰਬ ਲੋਹ ਦੇ ਖੰਡੇ ਦੇ ਨਾਲ ਲੋਹੇ ਦੇ ਬਾਟੇ ਦੇ ਵਿੱਚ ਜਲ ਪਾ ਕੇ ਅੰਮ੍ਰਿਤ ਜਿਹੜਾ ਹੈ ਉਹ ਤਿਆਰ ਕੀਤਾ। ਤੇ ਇਹ ਜਿਹੜੀਆਂ ਪੰਜ ਬਾਣੀਆਂ ਹਨ, ਜਿਨ੍ਹਾਂ ਦੇ ਵਿੱਚ ਜਪਜੀ ਸਾਹਿਬ, ਇਹ ਸਚਿਆਰ ਬਣਨ ਦੇ ਨਾਲ ਸੰਬੰਧਿਤ ਹੈ ਕਿ ਮਨੁੱਖ ਨੇ ਸਚਿਆਰ ਬਣਨਾ ਹੈ। ਇਹ ਹਉਮੈ ਤੋਂ ਹੁਕਮ ਤੱਕ ਦੀ ਯਾਤਰਾ ਹੈ ਤੇ ਅਕਾਲ ਪੁਰਖ ਦੀ ਬੇਅੰਤਤਾ ਦਾ ਵਿਸਮਾਦ ਇਸ ਬਾਣੀ ਦੇ ਵਿੱਚ ਸਮਾਇਆ ਹੋਇਆ ਹੈ। ਦੂਜੀ ਬਾਣੀ ਜਾਪਕਾਰ ਹੈ। ਹਾਂਜੀ, ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ ਵੀ ਮੈਂ ਤੁਹਾਨੂੰ ਸਵਾਲ ਇਹ ਵੀ ਕਰ ਰਹੀ ਹਾਂ ਵੀ ਜਿੱਦਾਂ ਆਪਣੇ ਆਪੇ ਗੁਰੂ ਆਪੇ ਚੇਲਾ, ਇਹਦਾ ਤੁਸੀਂ ਜਿਹੜਾ ਹੈਗਾ ਇਸ ਦਾ ਸੰਬੰਧ ਆਪਣੇ ਉਸ ਦੇ ਨਾਲ ਕਿਸ ਤਰ੍ਹਾਂ ਜੋੜਦੇ ਹੋ? ਹਾਂਜੀ, ਜਿਹੜਾ ਜਿੱਦਾਂ ਮੈਂ ਪਹਿਲਾਂ ਹੀ ਜ਼ਿਕਰ ਕਰ ਚੁੱਕਿਆ ਹਾਂ ਕਿ ਸਿੱਖ ਧਰਮ ਦੇ ਵਿੱਚ ਵਿਸਮਾਦੀ ਲੋਕਤੰਤਰ ਦਾ ਸੰਕਲਪ ਹੈ। ਜਿਹੜਾ ਦੁਨਿਆਵੀ ਲੋਕਤੰਤਰ ਹੈ ਉਸ ਦਾ ਪ੍ਰੇਰਨਾ ਸਰੋਤ ਸਿਆਸੀ ਨਿਰੋਲ ਰਾਜਨੀਤਿਕ ਹੈ। ਲੇਕਿਨ ਸਿੱਖ ਧਰਮ ਦੇ ਵਿੱਚ ਇਲਾਹੀ ਨਜ਼ਰ ਦੇ ਪੈਂਡਿਆਂ ਨੂੰ ਸਿਜਦਾ ਕੀਤਾ ਗਿਆ ਹੈ। ਸਿੱਖ ਧਰਮ ਦੇ ਵਿੱਚ ਅਕਾਲ ਪੁਰਖ ਦਾ ਸਿਮਰਨ ਜਿਹੜਾ ਹੈ ਇਹ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ। ਗੁਰਬਾਣੀ ਜਿਹੜਾ ਹੈ ਉਸ ਤੋਂ ਸਿੱਖ ਅਲੱਗਾ ਹੋ ਹੀ ਨਹੀਂ ਸਕਦਾ। ਤੋ ਗੁਰੂ ਮਹਾਰਾਜ ਜੀ ਨੇ ਵਿਸਮਾਦੀ ਲੋਕਤੰਤਰ ਜਿਹੜਾ ਹੈ ਉਹ ਸਿਰਜਿਆ ਤੇ ਪੰਜ ਸਿੱਖ ਜਿਹੜੇ ਚੋਣ ਕੀਤੇ, ਉਹਨਾਂ ਨੂੰ ਆਪਣੇ ਪੰਜ ਪਿਆਰੇ ਕਿਹਾ ਕਿ ਇਹ ਸਿੱਖ ਜਿਹੜੇ ਹਨ ਉਹ ਰਲ ਕੇ ਫੈਸਲੇ ਕਰਿਆ ਕਰਨਗੇ। ਗੁਰੂ ਸ਼ਬਦ ਤੋਂ ਅਗਵਾਈ ਲੈ ਕਰਕੇ ਇਹ ਫੈਸਲੇ
ਕਰਨੇ ਹਨ ਤੇ ਕੋਈ ਵੀ ਇਹਦੇ ਵਿੱਚ ਵੱਡਾ ਛੋਟਾ ਨਹੀਂ ਹੈ, ਸਾਰੇ ਸਮਾਨ ਹਨ। ਜਾਤ ਪਾਤ ਦਾ, ਊਚ ਨੀਚ ਦਾ ਕੋਈ ਵੀ ਭੇਦਭਾਵ ਜਿਹੜਾ ਹੈ ਨਹੀਂ ਹੋਏਗਾ। ਗੁਣਵੱਤਾ ਜਿਹੜੀ ਹੈ, ਮਾਨਵਤਾ ਨੂੰ ਪ੍ਰਤੀ ਉਪਯੋਗਤਾ, ਪਰਉਪਕਾਰ ਦੀ ਭਾਵਨਾ, ਉੱਚਾ ਸੁੱਚਾ ਕਰੈਕਟਰ ਜਿਹੜਾ ਹੈ, ਇਸ ਨੂੰ ਮਹਾਨਤਾ ਦਿੱਤੀ ਗਈ। ਤੇ ਆਪਾਂ ਧਿਆਨ ਨਾਲ ਜੇ ਦੇਖੀਏ ਕਿ ਜਦੋਂ ਸਿੱਖ ਅਰਦਾਸ ਦਾ ਜ਼ਿਕਰ ਆਉਂਦਾ ਹੈ ਤਾਂ ਉਸਦੇ ਵਿੱਚ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਪੰਜ ਪਿਆਰਿਆਂ ਦਾ ਜ਼ਿਕਰ ਜਿਹੜਾ ਹੈ ਉਹ ਚਾਰ ਸਾਹਿਬਜ਼ਾਦਿਆਂ ਤੋਂ ਪਹਿਲਾਂ ਆਉਂਦਾ ਹੈ। ਸੋ ਉਹਨਾਂ ਨੂੰ ਸੁਪਰੀਮ ਮੰਨਿਆ ਗਿਆ ਤੇ ਗੁਰੂ ਮਹਾਰਾਜ ਨੇ ਕਿਹਾ ਕਿ ਪੰਜ ਪਿਆਰੇ ਜਿਹੜੇ ਹਨ ਅੱਗੇ ਤੋਂ ਅੰਮ੍ਰਿਤ ਛਕਾਇਆ ਕਰਨਗੇ। ਇਸ ਦਾ ਇਹ ਨਤੀਜਾ ਨਿਕਲਿਆ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਪੰਜ ਪਿਆਰੇ ਜਿਹੜੇ ਹਨ ਉਹ ਕਿਤੇ ਵੀ ਕਿਸੇ ਨੂੰ ਵੀ ਅੰਮ੍ਰਿਤ ਛਕਾ ਦੇਣ ਦੇ ਸਮਰੱਥ ਹੋ ਗਏ ਤੇ ਖਾਲਸਾ ਪੰਥ ਜਿਹੜਾ ਹੈ ਉਹ ਬੜਾ ਪ੍ਰਫੁੱਲਤ ਵੀ ਹੋਇਆ। ਤੇ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਪੰਜਾਂ ਪਿਆਰਿਆਂ ਨੇ ਦਸ਼ਮੇਸ਼ ਪਿਤਾ ਨੂੰ ਹੁਕਮ ਦਿੱਤਾ ਕਿ ਆਪ ਜੀ ਨੂੰ ਮਾਨਵਤਾ ਦੇ ਭਲੇ ਲਈ ਤੇ ਖਾਲਸਾ ਪੰਥ ਨੂੰ ਅੱਗੇ ਨਿਰੰਤਰ ਜਾਰੀ ਰੱਖਣ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਆਪ ਇੱਥੇ ਸ਼ਹੀਦ ਹੋਣ ਦੀ ਥਾਂ ਇੱਥੋਂ ਆਪ ਨੂੰ ਹਰ ਹਾਲਤ ਦੇ ਵਿੱਚ ਨਿਕਲਣਾ ਹੋਏਗਾ। ਖਾਲਸਾ ਪੰਥ ਨੂੰ ਦੁਬਾਰਾ ਜਥੇਬੰਦ ਕਰਕੇ ਜ਼ੁਲਮ ਜ਼ਬਰ ਦੇ ਖਿਲਾਫ ਦੁਬਾਰਾ ਸੰਘਰਸ਼ ਜਿਹੜਾ ਹੈ ਉਹ ਆਰੰਭ ਕਰਨਾ ਹੋਏਗਾ। ਇਸ ਲਈ ਆਪ ਨੂੰ ਅਸੀਂ ਇੱਥੋਂ ਨਿਕਲਣ ਦਾ ਹੁਕਮ ਸੁਣਾਉਂਦੇ ਹਨ ਤੇ ਦਸਮ ਪਾਤਸ਼ਾਹ ਨੇ ਪੰਜ ਪਿਆਰਿਆਂ ਦਾ ਜਿਹੜਾ ਹੁਕਮ ਉਦੋਂ ਸਿਰ ਮੱਥੇ ਮੰਨਿਆ ਤੇ ਹੁਣ ਵੀ ਸਿੱਖ ਪੰਥ ਦੇ ਵਿੱਚ ਪੰਜ ਪਿਆਰਿਆਂ ਨੂੰ ਸੁਪਰੀਮ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ ਤੇ ਉਹਨਾਂ ਦੇ ਦਿੱਤੇ ਗਏ ਹੁਕਮ ਦੀ ਪਾਲਣਾ ਕਰਨਾ ਸਿੱਖ ਆਪਣਾ ਧਾਰਮਿਕ ਫਰਜ਼ ਸਮਝਦੇ ਹਨ। ਇਹ ਇੱਕ ਬਹੁਤ ਹੀ ਖੂਬਸੂਰਤ ਜਿਹੜੀ ਹੈ ਵਿਸਮਾਦੀ ਲੋਕਤੰਤਰ ਦੀ ਉਦਾਹਰਨ ਹੈ। ਅੱਗੇ ਜਾ ਕੇ 18ਵੀਂ ਸਦੀ ਦੇ ਵਿੱਚ ਸਿੱਖਾਂ ਨੇ ਜਦੋਂ ਮਾਣਮੱਤਾ ਇਤਿਹਾਸ ਰਚਿਆ ਉਦੋਂ ਵੀ ਇਹ ਜਿਹੜੀ ਗੁਰਮਤੇ ਦੀ ਪਰੰਪਰਾ ਹੈ ਪੰਜ ਸਿੰਘਾਂ ਦੁਆਰਾ, ਉਸ ਦਾ ਅੰਗਰੇਜ਼ ਲਖਾਰੀਆਂ ਨੇ ਵੀ ਇਸ ਦੀ ਬਹੁਤ ਜ਼ਿਆਦਾ ਜਿਹੜੀ ਹੈ ਸਰਾਹਨਾ ਕੀਤੀ ਕਿ ਆਪਣੇ ਆਪ ਦੇ ਵਿੱਚ ਇਹ ਖਾਲਸਾ ਪੰਥ ਦੀ ਜਿਹੜੀ ਹੈ ਇੱਕ ਯੂਨੀਕ ਪਰੰਪਰਾ ਹੈ। ਤੇ ਇੱਥੇ ਮੈਂ ਇੱਕ ਹੋਰ ਗੱਲ ਜੋੜਦੇ ਹਾਂ ਕਿ ਸਿੱਖ ਇਤਿਹਾਸ ਦਾ ਬਹੁਤ ਵੱਡਾ ਲਖਾਰੀ ਹੈ ਹਰੀ ਰਾਮ ਗੁਪਤਾ। 5 ਵਾਲੀਅਮ ਦੇ ਵਿੱਚ ਇਸਨੇ ਸਿੱਖ ਇਤਿਹਾਸ ਨੂੰ ਲਿਖਿਆ ਹੈ। ਇਹਨਾਂ ਨੇ ਬੜੇ ਮਾਣ ਦੇ ਨਾਲ ਇਹ ਜ਼ਿਕਰ ਕੀਤਾ ਹੈ ਕਿ 1776 ਦੇ ਵਿੱਚ ਜੋ ਅਮਰੀਕਾ ਦੇ ਵਿੱਚ ਇੰਡੀਪੈਂਡੈਂਸ ਡੇ ਦਾ ਐਲਾਨ ਕੀਤਾ ਗਿਆ ਸੀਗਾ, ਉਸ ਤੋਂ 77 ਸਾਲ ਪਹਿਲਾਂ, ਤੇ ਫ੍ਰੈਂਚ ਰੈਵੋਲੂਸ਼ਨ ਜੋ 1799 ਦੇ ਵਿੱਚ ਹੁੰਦੀ ਹੈ, ਉਸ ਤੋਂ 20 ਸਾਲ ਪਹਿਲਾਂ ਮਾਨਵਤਾ ਦੇ ਭਲੇ ਦੇ ਲਈ, ਲੋਕਤੰਤਰ ਦੇ ਲਈ, ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਲਈ ਦਸ਼ਮੇਸ਼ ਪਿਤਾ ਨੇ 30 ਮਾਰਚ 1699 ਈਸਵੀ ਨੂੰ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਇੱਕ ਮਾਣਮੱਤਾ ਇਤਿਹਾਸ ਰਚਿਆ, ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਯੁੱਗ ਪਲਟਾਊ ਘਟਨਾ ਹੈ, ਅਪੋਕ ਮੇਕਿੰਗ ਇਵੈਂਟ ਹੈ। ਇਹ ਵਿਸ਼ਵ ਮਨੁੱਖਤਾ ਦੇ ਇਤਿਹਾਸ ਦੇ ਵਿੱਚ ਇਸ ਦੀ ਖਾਸ ਮਹੱਤਤਾ ਹੈ। ਜੀ ਡਾਕਟਰ ਰਜਿੰਦਰ ਸਿੰਘ ਜੀ, ਤੁਹਾਡੇ ਕੋਲ ਅਥਾਹ ਜਿਹੜਾ ਗਿਆਨ ਹੈਗਾ ਤੇ ਤੁਸੀਂ ਆਪਣਾ ਜਿਹੜਾ ਗਿਆਨ ਹੈ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਆਪਣੇ ਦਰਸ਼ਕਾਂ ਦੇ ਵਿੱਚ, ਸਿੱਖ ਚੈਨਲ ਦੇ ਦਰਸ਼ਕਾਂ ਦੇ ਨਾਲ ਵੰਡ ਰਹੇ ਹੋ। ਲੇਕਿਨ ਮੈਂ ਤੁਹਾਨੂੰ ਇੱਕ ਸਟੈਪ ਫਿਰ ਪਿੱਛੇ ਲੈ ਕੇ ਜਾਂਦੀ ਹਾਂ। ਤੁਹਾਡਾ ਜਦੋਂ ਮੈਂ ਕਹਿੰਦੀ ਹਾਂ ਵੀ ਆਪੇ ਗੁਰੂ ਆਪੇ ਚਲੋ, ਉਸ ਤੋਂ ਤੁਹਾਡਾ ਕੀ ਮਤਲਬ ਹੈ? ਹਾਂਜੀ, ਜਦੋਂ ਦਸਮ ਪਾਤਸ਼ਾਹ ਨੇ ਅੰਮ੍ਰਿਤ ਛਕਾਇਆ ਖਾਲਸੇ ਨੂੰ, ਫਿਰ ਉਹਨਾਂ ਅੱਗੇ ਹੱਥ ਜੋੜ ਕੇ ਅਰਜ਼ ਕੀਤੀ ਕਿ ਤੁਸੀਂ ਮੈਨੂੰ ਵੀ ਹੁਣ ਅੰਮ੍ਰਿਤ ਛਕਾਓ। ਤੇ ਗੁਰੂ ਤੇ ਚੇਲੇ ਦੀ ਜਿਹੜੀ ਹੈ ਉਹ ਬਿੱਥ ਉਹ ਖਤਮ ਕੀਤੀ ਤੇ ਇੱਕ ਰੂਪਤਾ ਹੈ। ਜਦੋਂ ਆਪਾਂ ਗੁਰੂ ਅੰਗਦ ਦੇਵ ਜੀ ਨੂੰ ਦੇਖਦੇ ਹਨ, ਗੁਰੂ ਨਾਨਕ ਦੇਵ ਜੀ ਦੇ ਸਮੇਂ ਉਹਨਾਂ ਨੇ ਆਪਣੇ ਪੁੱਤਰਾਂ ਨੂੰ ਜਿਹੜਾ ਹੈ ਉਹ ਗੁਰਗੱਦੀ ਨਹੀਂ ਬਖਸ਼ੀ। ਭਾਈ ਲਹਿਣਾ ਜੀ ਨੂੰ ਆਪਣਾ ਅੰਗ ਕਿਹਾ, ਅੰਗ ਤੋਂ ਅੰਗਦ ਬਣਿਆ ਤੇ ਉੱਥੋਂ ਉਹਨਾਂ ਨੂੰ ਆਪਣਾ ਅਗਲਾ ਸਿੱਖਾਂ ਦਾ ਗੁਰੂ ਬਣਾਇਆ। ਇਹ ਨਹੀਂ ਦੇਖਿਆ, ਪਰਿਵਾਰਵਾਦ ਨੂੰ ਅੱਗੇ ਨਹੀਂ ਕੀਤਾ, ਗੁਣਵੱਤਾ ਨੂੰ ਅੱਗੇ ਲਿਆਂਦਾ ਕਿ ਇਹ ਮਾਨਵਤਾ ਨੂੰ ਸਹੀ ਰਹਿਨਮਾਈ ਦੇਗਾ। ਤੇ ਉਸੇ ਚੀਜ਼ ਦੇ ਉੱਤੇ ਅੱਗੇ ਚੱਲਦੇ ਹੋਏ ਗੁਰੂ ਦਸਮ ਪਾਤਸ਼ਾਹ ਜੀ ਨੇ ਆਪੇ ਬਾਬਾ ਗੁਰੂ ਗੋਬਿੰਦ ਸਿੰਘ ਆਪੇ ਗੁਰਚੇਲਾ, ਜਿਸ ਨੂੰ ਭਾਈ ਗੁਰਦਾਸ ਜੀ ਦੂਜਿਆਂ ਨੇ ਰੂਪਮਾਨ ਕੀਤਾ ਹੈ, ਤੇ ਇਹ ਗੁਰੂ ਤੇ ਚੇਲੇ ਦੀ ਇੱਕ ਰੂਪਤਾ ਨੂੰ ਜਿਹੜਾ ਹੈ ਉਹ ਦਰਸਾਇਆ।
ਬਿਲਕੁਲ ਜੀ, ਬਿਲਕੁਲ। ਹਾਂਜੀ, ਤੁਸੀਂ ਉਹ ਸਪਸ਼ਟ ਕਰ ਦਿੱਤਾ। ਹੁਣ ਮੈਂ ਤੁਹਾਨੂੰ ਇਹ ਪੁੱਛਾਂਗੀ, ਤੁਹਾਡੇ ਇਹ ਵਿਚਾਰਾਂ ਦੀ ਸਾਂਝ ਪਾਉਣੀ ਚਾਹੁੰਦੀ ਹਾਂ ਵੀ ਇੱਕ ਤਾਂ ਚਲੋ 5 ਪਿਆਰੇ ਉਹਨਾਂ ਨੇ ਚੁਣ ਲਏ, 5 ਪਿਆਰਿਆਂ ਨੂੰ ਅੰਮ੍ਰਿਤ ਛਕਾ ਦਿੱਤਾ, ਉਹਨਾਂ ਨੂੰ ਇੱਕ ਸਪੈਸ਼ਲ ਯੂਨੀਫਾਰਮ ਦੇ ਦਿੱਤੀ ਤੇ ਨਾਲ ਇਸ ਨੂੰ ਸੀਗਾ 5 ਹਾਂਜੀ ਕਕਾਰ ਵੀ ਉਹਨਾਂ ਨੂੰ ਸੀ। ਹਾਂਜੀ ਹਾਂਜੀ, ਜੋ 5 ਕਕਾਰ ਕਿਹੜੇ-ਕਿਹੜੇ ਆ, ਉਹ ਤੁਸੀਂ ਆਪਣੇ ਦਰਸ਼ਕਾਂ ਨੂੰ ਨਾਲ ਸਾਂਝ ਪਾਵੋ ਤੇ ਤਾਂ ਕਿ ਆਪਣੇ ਦਰਸ਼ਕਾਂ ਨੂੰ ਇਹ ਪਤਾ ਲੱਗ ਸਕੇ ਵੀ ਜੋ 5 ਕਕਾਰ ਆ, ਜੋ ਸਾਡਾ ਖਾਲਸਾ ਪੰਥ ਦਾ ਦਿਨ 30 ਮਾਰਚ 1699 ਹੈ, ਉਸ ਦੇ ਵਿੱਚ ਹੋਰ ਕੀ ਕੁਛ ਹੋਇਆ। ਹਾਂਜੀ, ਜਿਹੜੇ 5 ਕਕਾਰ ਹਨ ਇਹ ਸਿੱਖ ਜੀ। ਰਹਿਤ ਦਾ ਬਹੁਤ ਅਹਿਮ ਹਿੱਸਾ ਹਨ। ਵਿਦਵਾਨਾਂ ਨੇ ਆਪਣੀ ਸੋਝੀ ਮੁਤਾਬਕ ਇਹਨਾਂ ਦੇ ਵੱਖ-ਵੱਖ ਅਰਥ ਕਰਕੇ ਸਮਝਾਉਣ ਦਾ ਯਤਨ ਕੀਤਾ ਹੈ, ਲੇਕਿਨ ਇਹ ਰੂਹਾਨੀਅਤ ਦੇ ਨਾਲ ਅਭੇਦ ਹਨ। ਜਿੱਦਾਂ ਦੁਲਹਨ ਦਾ ਜਿਹੜਾ ਲਿਬਾਸ ਹੁੰਦਾ ਹੈ, ਉਹ ਉਸਦੀ ਵਰਦੀ ਨਹੀਂ ਆਪਾਂ ਉਸ ਨੂੰ ਕਹਿ ਸਕਦੇ, ਸਗੋਂ ਉਸਦੇ ਮਨ ਦਾ ਚਾਅ ਹੁੰਦਾ ਹੈ। ਤੋ ਜੀ। ਖਾਲਸਾ ਜਿਹੜਾ ਹੈ, ਇਹ 5 ਕਕਾਰ ਇਹ ਰੂਹਾਨੀਅਤ ਦੇ ਨਾਲ ਜੁੜੇ ਹੋਏ ਹਨ, ਉਸਦੇ ਅੰਦਰਲੇ ਚਾਅ ਦੇ ਨਾਲ ਵੀ ਇਹ ਸੰਬੰਧਿਤ ਹਨ। ਅੰਮ੍ਰਿਤ ਜਿਹੜਾ ਹੈ ਉਸਦੀ ਰੂਹ ਦੇ ਨਾਲ ਇੱਕ ਰੂਪ ਹੈ। ਸੋ ਕੇਸ ਜਿਹੜੇ ਹਨ, ਕੇਸਾਂ ਦੇ ਨਾਲ ਗੁਰੂ ਮਹਾਰਾਜ ਜੀ ਨੇ ਸਾਨੂੰ ਕੰਗਾ ਬਖਸ਼ਿਆ ਹੈ। ਇਹ 2 ਕਕਾਰ ਜਿਹੜੇ ਹਨ ਇਹ ਕੇਸਾਂ ਦੇ ਨਾਲ ਸੰਬੰਧਿਤ ਹਨ, ਕਿਉਂਕਿ ਪਹਿਲਾਂ ਜਿਹੜੇ ਹਨ ਰਿਸ਼ੀ ਮੁਨੀ ਉਹ ਜਟਾਧਾਰੀ ਹੋ ਜਾਇਆ ਕਰਦੇ ਸਨ। ਸੋ ਕੇਸਾਂ ਦੇ ਲਈ ਕੰਗਾ ਇਸ ਲਈ ਲਾਜ਼ਮੀ ਕਰ ਦਿੱਤਾ ਕਿ ਸਿੱਖ ਨੇ ਧਾਰਮਿਕ ਜੀਵਨ ਜਿੱਥੇ ਬਤੀਤ ਕਰਨਾ ਹੈ, ਉੱਥੇ ਗ੍ਰਸਥ ਦਾ ਤਿਆਗ ਨਹੀਂ ਕਰਨਾ। ਸੰਸਾਰਕ ਜਿਹੜੇ ਮਾਨਵੀ ਸਰੋਕਾਰ ਹਨ, ਉਹਨਾਂ ਤੋਂ ਆਪਣਾ ਸੰਬੰਧ ਨਹੀਂ ਤੋੜਨਾ। ਜਿਸ ਤਰ੍ਹਾਂ ਮੈਂ ਪਹਿਲਾਂ ਹੀ ਅਰਜ਼ ਕਰ ਚੁੱਕਿਆ ਹਾਂ ਕਿ ਸਿੱਖ ਨੇ ਸੰਸਾਰ ਨੂੰ ਸੁੰਦਰ ਬਣਾਉਣਾ ਹੈ, ਰਿਸ਼ਤਿਆਂ ਦੀ ਨਿਸ਼ਾਨਦੇਹੀ ਕਰਨੀ ਹੈ, ਫਰਜ਼ਾਂ ਦਾ ਨਿਰਵਾਹ ਕਰਨਾ ਹੈ, ਇੱਕ ਵਧੀਆ ਜਿਹੜਾ ਹੈ ਉਹ ਸੰਸਾਰ ਸਿਰਜਣਾ ਹੈ। ਕਿਉਂਕਿ ਖਾਲਸਾ ਦਾ ਸੰਬੰਧ ਸਾਜਣ ਦੇ ਨਾਲ ਹੈ, ਸਜਾਉਣ ਦੇ ਨਾਲ ਹੈ। ਖਾਲਸੇ ਨੇ ਸੰਸਾਰ ਨੂੰ ਸਜਾਉਣਾ ਹੈ ਚੰਗੀਆਂ ਗੱਲਾਂ ਦੇ ਨਾਲ। ਸੋ ਕੰਗਾ ਇਸ ਗੱਲ ਦਾ ਪ੍ਰਤੀਕ ਹੈ ਕਿ ਉਸਨੇ ਜਟਾਧਾਰੀ ਨਹੀਂ ਹੋਣਾ, ਸੰਸਾਰ ਦਾ ਤਿਆਗੀ ਨਹੀਂ ਹੋਣਾ, ਸਗੋਂ ਕਰਮ ਯੋਗੀ ਬਣਨਾ ਹੈ। ਤੇ ਅੱਗੇ ਕਿਰਪਾਨ ਜਿਹੜਾ ਹੈ ਉਹ ਖਾਲਸੇ ਦੀ ਸੱਤਾ ਦਾ ਪ੍ਰਤੀਕ ਹੈ ਕਿ ਖਾਲਸਾ ਕਿਸੇ ਦੇ ਅਧੀਨ ਨਹੀਂ, ਕਿਉਂਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਖਾਲਸਾ ਉਹ ਜ਼ਮੀਨ ਹੁੰਦੀ ਹੈ ਜਿਹੜੀ ਸਿੱਧੀ ਬਾਦਸ਼ਾਹ ਦੇ ਅਧੀਨ ਹੋਏ, ਹੋਰ ਕਿਸੇ ਦਾ ਇਸ ਦੇ ਉੱਤੇ ਕਬਜ਼ਾ ਨਹੀਂ ਹੁੰਦਾ। ਤੇ ਖਾਲਸਾ ਜਿਹੜਾ ਹੈ ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ, ਸਿੱਧਾ ਅਕਾਲ ਪੁਰਖ ਜੋ ਸਾਰੇ ਸੰਸਾਰ ਦਾ ਰਾਜਾ ਹੈ, ਉਸ ਵਰਗਾ ਕੋਈ ਹੋਰ ਦੂਜਾ ਨਹੀਂ ਹੈ। ਉਹ ਉਸ ਦੀ ਫੌਜ ਹੈ, ਹੋਰ ਕਿਸੇ ਦੇ ਅਧੀਨ ਨਹੀਂ ਹੈ। ਸੋ ਕਿਰਪਾਨ ਕਿਰਪਾ ਜਮਾਨ ਦੇ ਨਾਲ ਜੁੜੀ ਹੋਈ ਹੈ, ਇਹ ਤਲਵਾਰ ਨਹੀਂ ਹੈ। ਤਲਵਾਰ ਕਈ ਵਾਰ ਜ਼ੁਲਮ ਦਾ ਪ੍ਰਤੀਕ ਬਣ ਜਾਂਦੀ ਹੈ। ਕਿਰਪਾਨ ਜਿਹੜੀ ਹੈ ਇਹ ਮਜ਼ਲੂਮਾਂ ਦੀ ਢਾਲ, ਮਜ਼ਲੂਮਾਂ ਦੀ ਰਾਖੀ ਦੇ ਵਾਸਤੇ ਹੈ, ਇਹ ਉਹਨਾਂ ਦੇ ਉੱਤੇ ਕਿਰਪਾ ਕਰਦੀ ਹੈ। ਸੋ ਕਿਰਪਾਨ ਜਿਹੜੀ ਹੈ ਉਹ ਖਾਲਸੇ ਦੀ ਸੱਤਾ ਦਾ ਪ੍ਰਤੀਕ ਹੈ, ਜਿਹੜੀ ਕਿਸੇ ਦੇ ਅਧੀਨ ਨਹੀਂ ਹੈ, ਮਜ਼ਲੂਮਾਂ ਦੀ ਰਾਖੀ ਦੀ ਗਰੰਟੀ ਹੈ। ਫਿਰ ਇਸ ਤੋਂ ਅੱਗੇ ਕੜਾ ਹੈ। ਕੜਾ ਜਿਹੜਾ ਹੈ ਸਾਨੂੰ ਲੋਹੇ ਦਾ ਪਹਿਨਾਇਆ ਹੈ, ਸੋਨੇ ਦਾ ਨਹੀਂ ਪਹਿਨਾਇਆ। ਤੋ ਇਹ ਦ੍ਰਿੜਤਾ ਦਾ, ਮਜ਼ਬੂਤੀ ਦਾ, ਸਾਦਗੀ ਦਾ, ਔਰ ਕੜਾ ਜਿਹੜਾ ਹੈ ਲੋਹਾ ਬਹੁਤ ਉਪਯੋਗੀ ਧਾਤ ਹੈ, ਇਹ ਉਪਯੋਗਤਾ ਦਾ ਵੀ ਪ੍ਰਤੀਕ ਹੈ। ਸੋ ਖਾਲਸੇ ਨੇ ਦ੍ਰਿੜ ਰਹਿਣਾ ਹੈ ਧਰਮ ਦੇ ਉੱਤੇ, ਜਿੱਦਾਂ ਧਰਮ ਦੀ ਵਿਆਖਿਆ ਮੈਂ ਪਹਿਲਾਂ ਹੀ ਕਰ ਚੁੱਕਿਆ ਹਾਂ। ਫਿਰ ਅੱਗੇ ਕਛਹਿਰਾ ਹੈ। ਕਛਹਿਰਾ ਜਿਹੜਾ ਹੈ ਖਾਲਸੇ ਦੇ ਨੇਕ ਆਚਰਣ ਦਾ ਪ੍ਰਤੀਕ ਹੈ, ਤੇ ਖਾਲਸਾ ਇਹਨੂੰ ਇਹ ਉਹ ਉਚਾਈਆਂ ਬਖਸ਼ਦਾ ਹੈ ਕਿ ਜੰਗਨਾਮੇ ਦਾ ਪ੍ਰਸਿੱਧ ਲਖਾਰੀ ਕਾਜੀ ਨੂਰ ਮੁਹੰਮਦ ਜਿਹੜਾ ਸਿੱਖਾਂ ਦੇ ਪ੍ਰਤੀ ਅੰਤਾਂ ਦੀ ਨਫ਼ਰਤ ਦੇ ਨਾਲ ਭਰਿਆ ਹੋਇਆ ਹੈ, ਉਹ ਵੀ ਇਹ ਕਹਿਣ ਦੇ ਲਈ ਮਜਬੂਰ ਹੋ ਗਿਆ ਕਿ ਸਿੱਖ ਜਿਹੜਾ ਹੈ ਉਹ ਆਚਰਣ ਉਚਿਤਾ ਦੇ ਵਿੱਚ ਬੇਮਿਸਾਲ ਹਨ। ਇਹ ਪਰਾਈ ਇਸਤਰੀ ਨੂੰ ਆਪਣੀ ਮਾਂ ਭੈਣ ਦੇ ਬਰਾਬਰ ਸਮਝਦੇ ਹਨ। ਦੁਸ਼ਮਣ ਦੀਆਂ ਇਸਤਰੀਆਂ ਦੇ ਵਿੱਚ ਵੀ ਇਹਨਾਂ ਨੂੰ ਆਪਣੀ ਮਾਤਾ ਤੇ ਭੈਣ ਦਾ ਚਿਹਰਾ ਨਜ਼ਰ ਆਉਂਦਾ ਹੈ। ਤੇ ਖਾਲਸੇ ਦਾ ਜਿਹੜਾ ਮਾਣ ਮੱਤਾ ਹੈ ਇਹ ਉਸਦੇ ਉੱਚ ਕਰੈਕਟਰ ਦਾ ਪ੍ਰਤੀਕ ਹੈ। ਜਦੋਂ 1761 ਦੇ ਵਿੱਚ ਪਾਣੀਪਤ ਦਾ ਯੁੱਧ ਹੁੰਦਾ ਹੈ ਤਾਂ 2200 ਤੋਂ ਵੀ ਉੱਪਰ ਇਸਤਰੀਆਂ ਨੂੰ ਅਹਿਮਦ ਸ਼ਾਹ ਅਬਦਾਲੀ ਆਪਣੇ ਨਾਲ ਬੰਨ ਕੇ ਕਾਬਲ ਨੂੰ ਲਿਜਾ ਰਿਹਾ ਸੀ, ਤਾਂ ਸਿੱਖਾਂ ਨੇ ਸਰਦਾਰ ਜੱਸਾ ਸਿੰਘ
ਆਹਲੂਵਾਲੀਏ ਦੀ ਕਮਾਨ ਦੇ ਥੱਲੇ ਉਸ ਦੇ ਉੱਤੇ ਗਰੀਲਾਵਾਰ ਨੀਤੀ ਦੇ ਨਾਲ ਹਮਲਾ ਕੀਤਾ ਤੇ ਉਹ 2200 ਇਸਤਰੀਆਂ ਨੂੰ ਛਡਾਇਆ ਤੇ ਆਪਣੀਆਂ ਧੀਆਂ ਭੈਣਾਂ ਸਮਝ ਕੇ ਉਹਨਾਂ ਦੇ ਘਰੋਂ ਘਰੀ ਜਿਹੜਾ ਹੈ ਦੂਜੀਆਂ ਸਟੇਟਾਂ ਦੇ ਵਿੱਚ ਉਹ ਦੂਜੇ ਧਰਮ ਦੇ ਨਾਲ ਸੰਬੰਧਿਤ ਸਨ ਪਹੁੰਚਾਉਣ ਦਾ ਵਿਲੱਖਣ ਕਾਰਨਾਮਾ ਕੀਤਾ। ਇਸ ਨੂੰ ਮੇਜਰ ਜੇਮਜ਼ ਬਰਾਊਨ ਜਿਹੜੇ ਹਨ ਹਿਸਟਰੀ ਆਫ ਦਾ ਓਰੀਜਨ ਐਂਡ ਪ੍ਰੋਗਰੈਸਿਵ ਆਫ ਦਾ ਸਿਕਸ ਦੇ ਵਿੱਚ ਦਰਜ ਕਰਦੇ ਹਨ। ਸਰ ਗੋਕਲ ਚੰਦ ਨਾਰੰਗ ਤੇ ਹਰੀ ਰਾਮ ਗੁਪਤਾ ਵਰਗੇ ਸਾਰੇ ਲਿਖਾਰੀ ਜਿਹੜੇ ਹਨ ਸਿੱਖਾਂ ਦੇ ਇਸ ਮਹਾਨ ਕਾਰਨਾਮੇ ਨੂੰ ਨਤਮਸਤਕ ਹੁੰਦੇ ਹਨ ਤੇ ਇਸ ਦੀ ਪ੍ਰਸ਼ੰਸਾ ਜਿਹੜੀ ਹਨ ਉਹ ਕਰਦੇ ਹਨ। ਜੀ ਜਿੰਦਰਜੀਤ ਸਿੰਘ ਜੀ, ਬਹੁਤ ਹੀ ਵਧੀਆ ਤੁਸੀਂ ਚਾਨਣਾ ਪਾਇਆ ਸਾਰੇ ਪੰਜਾਂ ਕਕਾਰਾਂ ਤੇ। ਸੋ ਜੇ ਆਪਾਂ ਚਲੋ ਯੂਨੀਫਾਰਮ ਨਹੀਂ ਕਹਿੰਦੇ, 5 ਕਕਾਰ ਦੇ ਕੇ ਜਿਹੜੀ ਜਿਸਨੂੰ ਅਸੀਂ ਕਹਿੰਦੇ ਹਾਂ ਸਪੈਸ਼ਲ ਪਹਿਚਾਨ ਸਿੱਖਾਂ ਦੀ ਬਣਾ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਨੇ। ਹੋਰ ਉਸ ਦਿਨ ਕੀ ਹੋਇਆ ਸੀ, ਹੋਰ ਉਹਨਾਂ ਨੇ ਕੀ ਕੀਤਾ ਜਿਸ ਦੇ ਨਾਲ ਸਾਰੇ ਬਰਾਬਰ ਲੱਗਣ ਤੇ ਕਿਉਂਕਿ ਜਾਤਾਂ ਪਾਤਾਂ ਤੋੜਨ ਦਾ ਕੋਸ਼ਿਸ਼ ਕੀਤੀ, 5 ਕਕਾਰ ਦਿੱਤੇ ਤੇ ਹੋਰ ਕੀ ਕੀਤਾ ਸੀ ਉਸ ਦਿਨ? ਹਾਂਜੀ, ਅੰਮ੍ਰਿਤ ਛਕਾਉਣ ਤੋਂ ਬਾਅਦ ਗੁਰੂ ਮਹਾਰਾਜ ਜੀ ਨੇ ਜਿਹੜਾ ਸਿੱਖ ਸਿਧਾਂਤ ਹੈ ਉਹ ਸੰਗਤ ਨੂੰ ਬਹੁਤ ਸੌਖੇ ਸ਼ਬਦਾਂ ਦੇ ਵਿੱਚ ਸਮਝਾਇਆ ਕਿ ਅੱਜ ਤੋਂ ਤੁਸੀਂ ਜਾਤ ਪਾਤ ਜਿਹੜੀ ਹੈ ਉਹ ਖਤਮ ਹੋ ਗਈ ਹੈ, ਊਚ ਨੀਚ ਦੇ ਭੇਦਭਾਵ ਮੁੱਕ ਗਏ ਹਨ, ਤੁਸੀਂ ਸਾਰੇ ਮੇਰੇ ਬੇਟੇ ਬੇਟੀਆਂ ਹੋ। ਤੇ ਜਫਰਨਾਮਾ ਦੇ ਵਿੱਚ ਵੀ ਜ਼ਿਕਰ ਆਉਂਦਾ ਹੈ ਕਿ ਗੁਰੂ ਮਹਾਰਾਜ ਕਹਿ ਰਹੇ ਹਨ ਔਰੰਗਜ਼ੇਬ ਨੂੰ ਕਿ ਕੀ ਹੋਇਆ, ਤੂੰ ਮੇਰੇ 4 ਬੱਚੇ ਮਾਰ ਦਿੱਤੇ ਹਨ ਲੇਕਿਨ ਮੇਰਾ ਵੱਡਾ ਪੁੱਤਰ ਖਾਲਸਾ ਅਜੇ ਵੀ ਸਹੀ ਸਲਾਮਤ ਹੈ। ਤਾਂ ਉਹਨਾਂ ਨੂੰ ਆਪਣੇ ਪੁੱਤਰ ਧੀਆਂ ਕਹਿ ਕੇ ਨਵਾਜਿਆ ਤੇ ਅੱਗੇ ਨੂੰ ਜਿਹੜਾ ਹੈ ਖਾਲਸੇ ਨੂੰ ਇੱਕ ਭਾਈਚਾਰੇ ਦੇ ਵਿੱਚ ਸੰਗਠਿਤ ਕਰ ਦਿੱਤਾ ਜਿਸ ਦੇ ਵਿੱਚ ਕੋਈ ਵੀ ਭੇਦਭਾਵ, ਕਿਉਂਕਿ ਹਿੰਦੁਸਤਾਨ ਦੇ ਵਿੱਚ ਜਾਤ ਪਾਤ ਜਿਹੜਾ ਹੈ ਉਹ ਇੱਕ ਬਹੁਤ ਵੱਡੀ ਬੁਰਾਈ ਦਾ ਰੂਪ ਧਾਰਨ ਕਰ ਚੁੱਕਿਆ ਸੀ ਤੇ ਵਿਅਕਤੀ ਦੇ ਗੁਣ ਦੇਖਣ ਦੀ ਬਜਾਏ ਉਸ ਦੀ ਜਾਤ ਦੇਖੀ ਜਾਂਦੀ ਸੀ। ਉਹਨਾਂ ਦੇ ਨਾਲ ਜਾਤੀ ਦੇ ਆਧਾਰ ਦੇ ਉੱਤੇ ਬਹੁਤ ਹੀ ਅਣਮਨੁੱਖੀ ਵਰਤਾਵ ਜਿਹੜਾ ਹੈ ਉਹ ਕੀਤਾ ਜਾਂਦਾ ਸੀ। ਤੇ ਸਿੱਖ ਪੰਥ ਦੇ ਮਹਾਨ ਵਿਦਵਾਨ ਪ੍ਰਾਚੀਨ ਪੰਥ ਪ੍ਰਕਾਸ਼ ਦੇ ਲੇਖਕ ਭਾਈ ਰਤਨ ਸਿੰਘ ਜੀ ਭੰਗੂ ਨੇ ਬਹੁਤ ਸੋਹਣਾ ਦਰਜ ਕੀਤਾ ਹੈ, ਜਿਨ ਕੀ ਜਾਤ ਪਾਤ ਕੁਲ ਨਹੀਂ, ਸਰਦਾਰੀ ਨਾ ਮਿਲੀ ਕਦਾਹੀਂ, ਤਿਨਹੀ ਕੋ ਸਰਦਾਰ ਬਣਾਉ। ਮੈਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਦੱਬੇ ਕੁਚਲੇ ਜਾਤੀ ਆਧਾਰ ਦੇ ਉੱਤੇ ਵਿਤਕਰਿਆਂ ਦਾ ਸ਼ੋਸ਼ਣ ਦਾ ਆਧਾਰ ਬਣਾਇਆ ਗਿਆ, ਮੈਂ ਉਹਨਾਂ ਨੂੰ ਸਾਹਿਬ ਬਣਾਵਾਂਗਾ, ਉਹਨਾਂ ਨੂੰ ਉੱਚਾ ਚੁੱਕਾਂਗਾ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਨਵਾਂ ਮੋੜ ਲਿਆ ਦਾਂਗਾ। ਇਹ ਗੁਰੂ ਮਹਾਰਾਜ ਦੀ ਇੱਕ ਬਹੁਤ ਵੱਡੀ ਜਿਨ੍ਹਾਂ ਨੇ ਜਾਤ ਨਹੀਂ ਦੇਖੀ, ਉਹਨਾਂ ਦੇ ਅੰਦਰ ਸਾਰੇ ਮਨੁੱਖਾਂ ਨੂੰ ਇੱਕ ਬਰਾਬਰ ਸਮਝਿਆ। ਸਿੱਖ ਧਰਮ ਦਾ ਸਭ ਮੈਂ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਤੇ ਗੁਰੂ ਮਹਾਰਾਜ ਕਹਿ ਰਹੇ ਹਨ ਜਾਪ ਸਾਹਿਬ ਵਿੱਚ, ਨਮੋ ਸਰਬ ਦੇਸੇ ਨਮੋ ਸਰਬ ਭੇਸੇ, ਸਾਰੇ ਮਨੁੱਖ ਬਰਾਬਰ ਹਨ। ਇਹ ਬਰਾਬਰੀ ਦਾ ਜਿਹੜਾ ਸਿਧਾਂਤ ਹੈ ਇਹ ਸਿੱਖ ਧਰਮ ਦੇ ਵਿੱਚ ਬੜਾ ਵਿਆਪਕ ਹੈ। ਇਸ ਤੋਂ ਬਾਹਰ ਜਾ ਕੇ ਗੁਰਬਾਣੀ ਦੀ ਮਨ ਚਾਹੀ ਜਿਹੜੀ ਵਿਆਖਿਆ ਕਈ ਵਾਰ ਲੋਕ ਕਰਨ ਲੱਗਦੇ ਹਨ ਉਹ ਪ੍ਰਸੰਗਕ ਨਹੀਂ ਰਹਿੰਦੀ। ਇਸ ਦੇ ਅਧੀਨ ਹੀ ਜਿਹੜੀ ਕੀਤੀ ਕੋਈ ਵੀ ਵਿਆਖਿਆ ਜਾਂ ਸਿੱਖ ਇਤਿਹਾਸ ਨੂੰ ਸਮਝੇ ਜਾਣ ਦੀ ਜਾਂ ਸਮਝਾਈ ਜਾਣ ਦੀ ਬੇਅੰਤ ਜ਼ਰੂਰਤ ਹੈ। ਜੀ ਬਹੁਤ ਹੀ ਵਧੀਆ ਜੀ। ਇਹ ਆਪਣਾ ਤੁਸੀਂ ਮੈਂ ਆਪਣੇ ਦਰਸ਼ਕਾਂ ਨੂੰ ਇਹ ਦੱਸ ਦਿਆਂ ਵੀ ਤੁਸੀਂ ਕਹਿ ਰਹੇ ਹੋ ਵੀ ਜਿਸ ਦਿਨ ਪੰਥ ਦੀ ਸਾਜਣਾ ਹੋਈ ਆ ਤੇ ਜਿਸਨੂੰ ਸਾਡਾ ਜਨਮ ਦਿਨ ਅੱਜ ਮਨਾ ਰਹੇ ਆ, ਉਸ ਦੇ ਵਿੱਚ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਤਾਂ ਉਹਨਾਂ ਨੂੰ 5 ਕਕਾਰ ਦੇ ਦਿੱਤੇ ਤੇ ਦੂਸਰਾ ਉਹਨਾਂ ਨੂੰ ਜਿਹੜਾ ਬਿਲਕੁਲ ਜਿੱਦਾਂ ਉਹਨਾਂ ਦੀ ਜਿਹੜੀ ਆਇਡੈਂਟੀਟੀ ਹੈ ਇੰਨੀ ਸਪੈਸ਼ਲ ਕਰ ਦਿੱਤੀ, ਉਹਨਾਂ ਦੀ ਪਹਿਚਾਣ ਕਿ ਉਹ ਕਹਿੰਦੇ ਵੀ ਲੱਖਾਂ ਹਜ਼ਾਰਾਂ ਵਿੱਚ ਖੜੇ ਵੀ ਜਿਹੜਾ ਮੇਰਾ ਖਾਲਸਾ ਹੋਊ ਪਹਿਚਾਣਿਆ ਜਾਵੇਗਾ। ਤੇ ਇਸ ਦੇ ਨਾਲ ਹੀ ਉਹਨਾਂ ਨੇ ਜੋ ਸਾਰੀਆਂ ਕਮਿਊਨਿਟੀਆਂ ਸੀ ਜਿਹੜੀਆਂ ਉਸ ਵਕਤ ਆਪਾਂ 15ਵੀਂ 16ਵੀਂ 17ਵੀਂ ਸਦੀ ਦੀ ਗੱਲ ਕਰਦੇ ਹਾਂ, ਵੱਖੋ ਵੱਖਰੀਆਂ ਜਾਤਾਂ ਦੇ ਵਿੱਚ ਵੱਖੋ ਵੱਖਰੀਆਂ ਕਲਾਸਾਂ ਦੇ ਵਿੱਚ ਵੰਡੀ ਪਈ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਉਸ ਦਿਨ 30 ਮਾਰਚ 1699 ਇਹ ਜਿਹੜਾ ਸੰਦੇਸ਼ ਸਾਰੀ ਦੁਨੀਆ ਨੂੰ ਇਹ ਦੇ ਦਿੱਤਾ ਵੀ ਜਿਹੜੀ ਹਿਊਮਨ ਰੇਸ ਆ ਉਹ ਇੱਕ ਆ। ਤੇ ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਜਿਹੜੇ 5 ਕਕਾਰ ਹੀ ਨਹੀਂ ਦਿੱਤੇ, ਉਹਨਾਂ ਨੇ ਆਪਣੇ ਕੌਰ ਤੇ ਸਿੰਘ ਦਾ ਨਾਮ ਵੀ ਉਹਨਾਂ ਦੇ ਨਾਂ ਦੇ ਨਾਲ ਜੋੜ ਦਿੱਤਾ ਤਾਂ ਕਿ ਉੱਚੇ ਨੀਵੇਂ ਦਾ ਜੋ ਫਰਕ ਹੈ, ਉੱਚੇ ਨੀਵੇਂ ਦਾ ਭਿੰਨ ਭੇਦ ਹੈ
ਉਹ ਵੀ ਮਿਟ ਜਾਵੇ। ਇਹ ਮੇਰਾ ਖਿਆਲ ਆਪਣੇ ਖਾਲਸਾ ਪੰਥ ਦੀ ਬਹੁਤ ਹੀ ਜ਼ਿਆਦਾ ਵੱਡੀ ਦੇਣ ਹੈਗੀ ਆ। ਇਸ ਦੇ ਨਾਲ ਅਸੀਂ ਕਹਿੰਦੇ ਖਾਸ ਪਹਿਚਾਣ ਹੈਗੀ ਆ। ਇਸ ਦੇ ਬਾਰੇ ਆਪਾਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਈ ਆ। ਅਸੀਂ ਬੜੇ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਜਿਹੜਾ ਖਾਲਸਾ ਪੰਥ ਹੈ ਉਸ ਦੇ ਅਸੀਂ ਫਾਲੋਅਰ ਹਾਂ, ਅਸੀਂ ਸਿੱਖੀ ਦੇ ਫਾਲੋਅਰ ਹਾਂ। ਤੇ ਸਾਨੂੰ ਇਹ ਚੀਜ਼ ਸੋਚ ਕੇ ਸਾਡੇ ਦਿਮਾਗ ਦੇ ਵਿੱਚ ਅਸੀਂ ਬੜੀ ਮਾਣ ਮਹਿਸੂਸ ਕਰਦੇ ਹਾਂ। ਤੇ ਉਸ ਦੇ ਨਾਲ ਹੀ ਤੁਸੀਂ ਜਿੱਦਾਂ ਇਹ ਕਿਹਾ ਜਿਹੜੀ ਸੁਰੱਖਿਆ ਹੈਗੀ, ਜੋ ਪ੍ਰੋਟੈਕਸ਼ਨ ਦੀ ਗੱਲ ਤੁਸੀਂ ਕੀਤੀ ਆ, ਇਹ ਮੇਰਾ ਆਪਣੇ ਕਿਸਾਨੀ ਮੂਵਮੈਂਟ ਦੇ ਦੌਰਾਨ ਵੀ ਤੇ ਉੱਦਾਂ ਵੀ ਮੈਂ ਕਿਹਾ ਆਪਾਂ ਹਰ ਰੋਜ਼ ਸੁਣਦੇ ਰਹਿੰਦੇ ਹਾਂ ਕਿ ਜਦੋਂ ਕੋਈ ਵੀ ਲੜਕੀ ਜਾਂ ਕੋਈ ਔਰਤ ਸਿੱਖਾਂ ਦੇ ਪ੍ਰੋਟੈਕਸ਼ਨ ਦੇ ਹੇਠ ਹੋਵੇ, ਉਹ ਆਪਣੇ ਆਪ ਨੂੰ ਪੂਰੇ ਜਿਹੜੇ ਪ੍ਰੋਟੈਕਟ ਸਮਝਦੀਆਂ ਹਨ, ਪੂਰੇ ਸੇਫ ਸਮਝਦੀਆਂ ਹਨ। ਮੇਰਾ ਖਿਆਲ ਇੱਕ ਬਹੁਤ ਹੀ ਵੱਡੀ ਖਾਲਸਾ ਪੰਥ ਦੀ ਦੇਣ ਹੈਗੀ ਆ, ਜਿਸ ਦੇ ਕਰਕੇ ਸਾਡਾ ਸਿੱਖਾਂ ਦਾ ਨਾਮ ਦੁਨੀਆ ਦੇ ਵਿੱਚ ਬਹੁਤ ਮਸ਼ਹੂਰ ਹੈਗਾ। ਤੇ ਤੁਸੀਂ ਇਹਨਾਂ ਸ਼ਬਦਾਂ ਦੇ ਨਾਲ ਬਹੁਤ ਹੀ ਵਧੀਆ ਯੋਗਦਾਨ ਪਾਇਆ ਹੈਗਾ। ਤੇ ਹੁਣ ਆਪਾਂ ਅਖੀਰ ਵਿੱਚ ਕਹਾਂਗੇ ਵੀ ਜੋ ਮੈਂ ਇੱਕ ਸਵਾਲ ਮੈਂ ਤੁਹਾਨੂੰ ਹੋਰ ਪੁੱਛਣਾ ਚਾਹੁੰਦੀ ਹਾਂ ਕਿ ਇਹ ਤਾਂ ਜਿਹੜੀ ਹੈਗੀ ਆ ਸਿੱਖ ਪੰਥ ਦੀ ਸਾਜਣਾ ਦਾ ਦਿਨ ਤੁਸੀਂ ਬਹੁਤ ਵਿਸਾਰ ਦੇ ਨਾਲ ਆਪਣੇ ਦਰਸ਼ਕਾਂ ਨੂੰ ਸਮਝਾ ਦਿੱਤਾ। ਹੋਰ ਵੀ ਕੋਈ ਵਜ੍ਹਾ ਹੈ ਵੀ ਅਸੀਂ ਵਿਸਾਖੀ ਮਨਾਉਂਦੇ? ਹੋਰ ਕੋਈ ਵਜ੍ਹਾ ਤੁਹਾਡੇ ਮਨ ਵਿੱਚ ਆਉਂਦੀ ਹੈ? ਇਹ ਜਿੱਦਾਂ ਮੈਂ ਕਿਹਾ ਹੈ ਕਿ ਵਿਸਾਖੀ ਦਾ ਤਿਉਹਾਰ ਆਰਥਿਕਤਾ, ਸਮਾਜਿਕਤਾ ਤੇ ਧਾਰਮਿਕਤਾ ਦੇ ਨਾਲ ਜੁੜਿਆ ਹੋਇਆ ਹੈ। ਇਸ ਦਿਨ ਫਸਲ ਪੱਕਣ ਦੀ, ਕਿਉਂਕਿ ਕਿਸਾਨ ਸਖਤ ਮਿਹਨਤ ਕਰਦਾ ਹੈ, ਸੁੱਚੀ ਕਿਰਤ ਸਿੱਖ ਧਰਮ ਦਾ ਹਿੱਸਾ ਹੈ, ਤੇ ਉਹਦੀ ਮਿਹਨਤ ਨੂੰ ਜਦੋਂ ਬੂਰ ਪੈਂਦਾ ਹੈ ਤਾਂ ਫਿਰ ਉਸ ਖੁਸ਼ੀ ਦੇ ਵਿੱਚ ਉਹ ਅਕਾਲ ਪੁਰਖ ਦਾ ਸ਼ੁਕਰਾਨਾ ਵੀ ਕਰਦਾ ਹੈ। ਤੇ ਲੋਕ ਮਾਨਸਿਕਤਾ ਦੇ ਵਿੱਚ ਜਿਹੜਾ ਹੈ ਉਹ ਲੋਕ ਨੱਚ ਗਾ ਕੇ, ਭੰਗੜੇ ਪਾ ਕੇ ਉਹ ਵੀ ਇਸ ਤਿਉਹਾਰ ਨੂੰ ਜਿਹੜਾ ਹੈ ਉਹ ਮਨਾਉਂਦੇ ਹਨ। ਬਹੁਤ ਹੀ ਵਧੀਆ ਜੀ। ਦੇਖੋ ਆਪਾਂ ਜਦੋਂ ਕਣਕਾਂ ਦੀ ਵਢਾਈ ਦੀ ਗੱਲ ਕਰਦੇ ਹਾਂ, ਚੇਤ ਵਿਸਾਖ ਦੇ ਵਿੱਚ ਕਣਕਾਂ ਦੀ ਵਢਾਈ ਹੁੰਦੀ ਹੈ। ਇਸ ਕਰਕੇ ਵੀ ਇਹ ਵੀ ਕਾਫੀ ਦਿਨ ਜਿਹੜਾ ਹੈ ਜਿਸ ਨੂੰ ਅਸੀਂ ਹਾਰਵੈਸਟ ਫੈਸਟੀਵਲ ਕਹਿੰਦੇ ਹਾਂ, ਇਸ ਕਰਕੇ ਵੀ ਇਹ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ। ਖੁਸ਼ੀ ਦਾ ਮਾਹੌਲ ਬਣ ਜਾਂਦਾ ਹੈ, ਢੋਲ ਵੱਜਦੇ ਆ, ਚਾਰ ਚੁਫੇਰੇ। ਇਹ ਵੀ ਇੱਕ ਬਹੁਤ ਵੱਡੀ ਵਜ੍ਹਾ ਹੈ ਕਿ ਇਸ ਨੂੰ ਵਿਸਾਖੀ ਨੂੰ ਮਨਾਉਣ ਦੀ। ਤੇ ਇਸ ਦੇ ਨਾਲ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ, ਤੁਸੀਂ ਵੀ ਕਿਹਾ ਆ ਵੀ ਇਹ ਜਿਹੜਾ ਸਾਡੇ ਲਈ ਇੱਕ ਨਵਾਂ ਸਾਲ ਹੈ, ਇਹ ਵਿਸਾਖ ਦਾ ਮਹੀਨਾ ਹੈ। ਵਿਸਾਖ ਦੇ ਨਾਮ ਤੋਂ ਹੀ ਵਿਸਾਖੀ ਦਾ ਤਿਉਹਾਰ ਬਣਿਆ ਹੈ। ਇਹ ਸਾਡੇ ਲਈ, ਸਿੱਖਾਂ ਦੇ ਲਈ ਇਹ ਇੱਕ ਨਵਾਂ ਸਾਲ ਹੈ, ਨਿਊ ਈਅਰ ਜਿਸ ਨੂੰ ਅਸੀਂ ਕਹਿ ਦਿੰਦੇ ਹਾਂ। ਚਾਈਨੀਜ਼ ਨਵਾਂ ਸਾਲ ਹੈ, ਯੂਰਪੀਅਨ ਕੰਟਰੀ ਵਿੱਚ ਨਵਾਂ ਸਾਲ ਹੈ। ਸਾਡੇ ਸਿੱਖਾਂ ਦੇ ਲਈ ਜੋ ਚੇਤ ਵਿਸਾਖ ਦਾ ਮਹੀਨਾ, ਇਹ ਵੀ ਨਵਾਂ ਸਾਲ ਹੈ। ਕੀ ਤੁਸੀਂ ਮੇਰੇ ਨਾਲ ਸਹਿਮਤ ਹੋ ਇਸ ਨਾਲ? ਜਿਹੜੇ ਗੁਰਬਾਣੀ ਦੇ ਵਿੱਚ 12 ਮਾਹ ਸਾਨੂੰ ਮਿਲਦੇ ਹਨ, ਉਹਨਾਂ ਦੇ ਵਿੱਚ ਆਰੰਭਕ ਮਹੀਨਾ ਚੇਤ ਹੈ ਤੇ ਦੂਜਾ ਮਹੀਨਾ ਹੈ ਉਹ ਵਿਸਾਖ ਹੈ। ਤੇ ਹਿੰਦੂ ਕੈਲੰਡਰ ਦੇ ਵਿੱਚ ਵੀ ਕੁਝ ਲੋਕ ਮੰਨਦੇ ਹਨ ਕਿ ਵਿਸਾਖ ਤੋਂ ਨਵੇਂ ਸਾਲ ਦਾ ਆਗਾਜ਼ ਹੁੰਦਾ ਹੈ। ਲੇਕਿਨ ਗੁਰਬਾਣੀ ਦੇ ਵਿੱਚ ਜਿਹੜਾ 12 ਮਾਹ ਗੁਰੂ ਅਰਜਨ ਦੇਵ ਜੀ ਦਾ ਹੈ ਉਹ ਮਾਝ ਰਾਗ ਦੇ ਵਿੱਚ ਹੈ, ਤੇ ਤੁਖਾਰੀ ਰਾਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ 12 ਮਾਹ ਹੈ। ਉਹ ਦੋਨੇ ਚੇਤ ਦੇ ਤੋਂ ਆਰੰਭ ਹੁੰਦੇ ਹਨ। ਤੋਂ ਇਸ ਲਈ ਸਿੱਖ ਧਰਮ ਦੇ ਵਿੱਚ ਨਵੇਂ ਸਾਲ ਦਾ ਆਗਾਜ਼ ਚੇਤ ਤੋਂ ਹੀ ਆਰੰਭ ਹੁੰਦਾ ਹੈ। ਚੇਤ ਗੋਬਿੰਦ ਆਰਾਧੀਐ ਹੋਵੇ ਆਨੰਦ ਕਣਾ। ਤੇ ਉਹ ਅਕਾਲ ਪੁਰਖ ਦਾ ਨਾਮ ਲੈ ਕਰਕੇ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਹਨ। ਹਾਂਜੀ ਹਾਂਜੀ, ਬਿਲਕੁਲ ਜੀ। ਹੁਣ ਆਪਾਂ ਅਖੀਰ ਦੇ ਵਿੱਚ ਤਕਰੀਬਨ ਆਪਣਾ ਟਾਈਮ ਹੋਣ ਵਾਲਾ ਹੈ। ਅਖੀਰ ਦੇ ਵਿੱਚ ਮੈਂ ਇਹ ਕਹਾਂਗੀ ਵੀ ਦੇਖੋ, ਜੋ ਸਾਡੀ ਆਪਾਂ 5 ਕਕਾਰਾਂ ਦੀ ਗੱਲ ਕੀਤੀ ਆ, ਆਪਾਂ 5 ਪਿਆਰਿਆਂ ਦੀ ਗੱਲ ਕੀਤੀ ਆ, ਤੇ ਇਸ ਦੇ ਨਾਲ ਹੀ ਅਸੀਂ ਬਰਾਬਰਤਾ ਦੀ ਗੱਲ ਕੀਤੀ ਹੈ, ਤੇ ਨਾਲ ਇੱਕ ਖਾਸ ਪਹਿਚਾਣ ਦੀ ਗੱਲ ਕੀਤੀ ਆ। ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਆਪਣੇ ਜਿਹੜੇ ਅੱਜ ਦਰਸ਼ਕ ਜਿੱਥੇ ਦੁਨੀਆ ਭਰ ਦੇ ਵਿੱਚ ਸਿੱਖ ਚੈਨਲ ਜੁੜੇ ਹਨ, ਉਹਨਾਂ ਨੂੰ ਅਸੀਂ ਕੀ ਸੁਨੇਹਾ ਦੇਵਾਂਗੇ ਵੀ ਸਾਡੇ ਲਈ ਕੁਝ ਸਿੱਖਣ ਲਈ ਅੱਜ ਕੀ ਦਿਨ ਹੈ? ਸਾਨੂੰ ਕਿਹੜੀ ਵੈਲਿਊਜ਼ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਆ ਤਾਂ ਕਿ ਜੋ ਸਾਡੇ ਗੁਰੂਆਂ ਨੇ ਉਪਦੇਸ਼ ਦਿੱਤਾ, ਕੀ ਅਸੀਂ ਉਹਨਾਂ ਦੇ ਉਪਦੇਸ਼ਾਂ ਤੇ ਚੱਲ ਰਹੇ ਹਾਂ? ਸਾਡੇ ਖਿਆਲ ਵਿੱਚ ਕਿਸ ਤਰ੍ਹਾਂ ਲੱਗਦਾ ਹੈ? ਇਸ ਸਮੇਂ ਕਈ ਕਮੀਆਂ ਸਾਡੀ ਕੌਮ ਦੇ ਵਿੱਚ ਦ੍ਰਿਸ਼ਟੀਗੋਚਰ ਹੁੰਦੀਆਂ ਹਨ, ਲੇਕਿਨ ਉਸ ਦੇ ਬਾਵਜੂਦ ਜਿਹੜੀ ਸਾਡੇ ਮੂਲ ਭਾਵਨਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਭਲਾ, ਤੇ ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਨ ਵੋ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ। ਸਿੱਖ ਨੇ ਇਹ ਅੱਜ ਵੀ ਸੰਭਾਲਿਆ ਹੋਇਆ ਹੈ। ਆਪਾਂ ਨੇ ਕੋਰੋਨਾ ਪੀਰੀਅਡ ਦੇ ਵਿੱਚ ਦੇਖਿਆ ਕਿ ਸਿੱਖਾਂ ਨੇ ਬੇਮਿਸਾਲ ਜਿਹੜੀ ਹੈ ਸੇਵਾ ਭਾਰਤ ਵਿੱਚ ਔਰ ਵਿਦੇਸ਼ਾਂ ਦੇ ਵਿੱਚ ਵੀ ਕੀਤੀ ਹੈ, ਜਿਸ ਦੀ ਭਰਪੂਰ ਸ਼ਲਾਘਾ ਜਿਹੜੀ ਹੈ ਉਹ ਸੰਸਾਰ ਭਰ ਦੇ ਵਿੱਚ ਹੋਈ ਹੈ। ਹੁਣ ਵੀ ਜਿੱਥੇ ਜਿੱਥੇ ਹਾਲਾਤ ਵਿਗੜਦੇ ਹਨ, ਜਿੱਦਾਂ ਯੂਕਰੇਨ ਦੇ ਵਿੱਚ ਵੀ ਜੰਗ ਹੋ ਰਹੀ ਹੈ, ਸਿੱਖ ਉੱਥੇ ਵੀ ਪਹੁੰਚੇ ਹੋਏ ਹਨ।
ਹੜ੍ਹ ਆਉਂਦੇ ਹਨ ਜਾਂ ਕਿਧਰੇ ਹੋਰ ਇਸ ਪ੍ਰਕਾਰ ਦੀਆਂ ਭੁਚਾਲ ਆਉਂਦੇ ਹਨ, ਸਿੱਖ ਜੀ ਜਿਹੜਾ ਹੈ ਇਹ ਨਹੀਂ ਦੇਖਦੇ ਕਿ ਇਸ ਦਾ ਧਰਮ ਕੀ ਹੈ। ਉਹ ਇਹਨਾਂ ਚੀਜ਼ਾਂ ਨੂੰ ਤਾਂ ਨਜ਼ਰ ਅੰਦਾਜ਼ ਕਰਕੇ ਸਭ ਨੂੰ ਏਕ ਪਿਤਾ ਏਕਸ ਕੇ ਹਮ ਬਾਰਕ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਜਿਹੜਾ ਸਿਧਾਂਤ ਸਾਨੂੰ ਗੁਰੂ ਮਹਾਰਾਜ ਨੇ ਦਿੱਤਾ ਹੈ ਉਹ ਆਪਣਾ ਯੋਗਦਾਨ ਪਾਉਂਦੇ ਹਨ। ਤੇ ਕਰੋਨਾ ਪੀਰੀਅਡ ਦੇ ਵਿੱਚ ਬਹੁਤ ਸਾਰੇ ਸਿੱਖ ਇਸ ਬਿਮਾਰੀ ਦਾ ਸੇਵਾ ਕਰਦੇ ਹੋਏ ਸ਼ਿਕਾਰ ਬਣੇ। ਮੈਂ ਸ਼ਹੀਦ ਵੀ ਮੰਨਦਾ ਹਾਂ, ਲੇਕਿਨ ਉਸ ਤੋਂ ਪਿੱਛੋਂ ਵੀ ਉਹ ਇੱਕ ਕਦਮ ਨੇ ਪਿੱਛੇ ਨਹੀਂ ਹਟੇ। ਜਦੋਂ ਗੈਸ ਦੇ ਸਿਲੰਡਰਾਂ ਦੀ ਬਲੈਕ ਹੁੰਦੀ ਪਈ ਸੀ, ਗੁਰੂ ਦੇ ਮੂੰਹ ਆਵਾਜ਼ ਜਿਹੜਾ ਹੈ ਬੁਲਾ ਰਹੇ ਸਨ ਤੇ ਉਹਨਾਂ ਨੇ ਕਿਹੜੇ ਹਨ ਬਚਾਈਆਂ। ਤੇ ਲੋਕ ਜਿਹੜਾ ਹਨ ਸਾਡੇ ਧਰਮ ਦੀ ਮਹਾਨਤਾ ਨੂੰ, ਸਰਬੱਤ ਦੇ ਭਲੇ ਦੀ ਭਾਵਨਾ ਨੂੰ ਜਿਹੜਾ ਹੈ ਉਹ ਸਮਝੇ। ਤੋਂ ਸਿੱਖ ਧਰਮ ਦੇ ਵਿੱਚ ਜਿਹੜੀਆਂ ਕੁਝ ਉਣਤਾਈਆਂ ਹਨ ਉਹਨਾਂ ਤੋਂ ਸਾਨੂੰ ਜਿਹੜਾ ਹੈ ਬਚਣ ਦੀ ਵੀ ਲੋੜ ਹੈ। ਲੇਕਿਨ ਇਹ ਜਿਹੜਾ ਕੰਮ ਕੀਤਾ ਹੈ ਬੀਤੇ ਸਮੇਂ ਦੇ ਵਿੱਚ ਬਹੁਤ ਵਿਖੜਾ ਸਮਾਂ ਸੀ। ਸਿੱਖਾਂ ਨੇ ਅਕਾਲ ਪੁਰਖ ਦੇ ਉੱਪਰ ਦਾ ਓਟ ਆਸਰਾ ਲੈ ਕਰਕੇ ਉਹ ਆਪਣੇ ਆਪ ਦੇ ਵਿੱਚ ਬੇਮਿਸਾਲ ਹੈ ਤੇ ਦੂਜੇ ਧਰਮਾਂ ਤੋਂ ਸਾਨੂੰ ਭਰਪੂਰ ਸ਼ਲਾਘਾ ਜਿਹੜੀ ਹੈ ਉਹ ਮਿਲੀ ਹੈ। ਇਸ ਦੇ ਨਾਲ ਜਿਹੜਾ ਹੈ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਬਹੁਤ ਚੰਗਾ ਜਿਹੜਾ ਹੈ ਉਹ ਸੰਦੇਸ਼ ਗਿਆ ਹੈ। ਜੀ ਜੀ, ਬਹੁਤ ਹੀ ਵਧੀਆ ਜੀ। ਮੈਂ ਇੱਥੇ ਇਹ ਦੱਸ ਦੇਣਾ ਚਾਹੁੰਦੀ ਹਾਂ, ਆਪਣੇ ਦਰਸ਼ਕਾਂ ਨਾਲ ਵੀ ਮੈਂ ਸਾਂਝ ਪਾਉਂਦੀ ਹਾਂ, ਮੈਂ ਤੁਹਾਨੂੰ ਵੀ ਦੱਸ ਦੇਣਾ ਚਾਹੁੰਦੀ ਹਾਂ ਵੀ ਆਪਣੇ ਕਰੋਨਾ ਦਾ ਜਾਂ ਪੀਰੀਅਡ ਦੇ ਦੌਰਾਨ ਦੇ ਵਿੱਚ ਸਿੱਖ ਚੈਨਲ ਦੇ ਵੱਲੋਂ ਬਜ਼ੁਰਗ ਜਿਹੜੇ ਘਰ ਬੈਠੇ ਸੀ, ਜਿਹੜੇ ਬਾਹਰ ਨਹੀਂ ਸੀ ਆ ਸਕੇ, ਉਹਨਾਂ ਦੇ ਘਰ ਜਾ ਜਾ ਕੇ ਉਹਨਾਂ ਨੇ ਉਹਨਾਂ ਦੀ ਖਾਣੇ ਪੀਣੇ ਦਾ, ਉਹਨਾਂ ਦੀ ਜਿਹੜੀ ਸ਼ਾਪਿੰਗ ਦਾ, ਉਹਨਾਂ ਦੀ ਬੜੀ ਮਦਦ ਕੀਤੀ। ਮੈਂ ਇੱਥੇ ਉਹੀ ਸੋਚਦੀ ਹਾਂ ਵੀ ਇਹ ਇੱਕ ਬਹੁਤ ਵੱਡੀ ਸਿੱਖ ਚੈਨਲ ਦੀ ਐਗਜ਼ਾਮਪਲ ਜਿਹੜੀ ਹੈਗੀ ਆ, ਇੱਕ ਕਿਸਮ ਦੀ ਉਦਾਹਰਣ ਆ ਵੀ ਕਿਸ ਤਰ੍ਹਾਂ ਸਾਡੀ ਸਿੱਖੀ ਦੇ ਵਿੱਚ ਔਖੇ ਵੇਲੇ ਦੂਸਰਿਆਂ ਦੀ ਮਦਦ ਕਰਨਾ। ਤੇ ਦੂਸਰੀ ਚੀਜ਼ ਮੈਂ ਇੱਥੇ ਇਹ ਵੀ ਸਾਂਝ ਪਾਵਾਂਗੀ ਆਪਣੇ ਦਰਸ਼ਕਾਂ ਦੇ ਨਾਲ ਕਿ ਆਪਣੇ ਜਦੋਂ ਕਿਸਾਨੀ ਲਹਿਰ ਦੇ ਵੇਲੇ ਵੀ ਜਿਨ੍ਹਾਂ ਨੇ ਆਪਣੇ ਬਜ਼ੁਰਗਾਂ ਤੇ ਆਪਣੇ ਯੰਗ ਨੌਜਵਾਨਾਂ ਤੇ ਜਿਨ੍ਹਾਂ ਨੇ ਆਪਣੀ ਮਾਰ ਧਾੜ ਵੀ ਕੀਤੀ, ਉਹਨਾਂ ਨੂੰ ਵੀ ਲੰਗਰ ਛਕਾਇਆ। ਇਸ ਕਰਕੇ ਉਹਨਾਂ ਨੇ ਇਹ ਨਹੀਂ ਫਿਰ ਦੇਖਿਆ ਵੀ ਇਹਨਾਂ ਨੂੰ ਲੰਗਰ ਅਸੀਂ ਨਹੀਂ ਛਕਾਉਣਾ ਕਿਉਂਕਿ ਇਹਨਾਂ ਨੇ ਸਾਨੂੰ ਤੰਗ ਕੀਤਾ, ਲੇਕਿਨ ਉਹਨਾਂ ਨੂੰ ਵੀ ਲੰਗਰ ਛਕਾਇਆ। ਇਸੇ ਹੀ ਤਰ੍ਹਾਂ ਜਿੱਦਾਂ ਤੁਸੀਂ ਕਹਿੰਦੇ ਹੋ, ਜਿੱਥੇ ਵੀ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਕੋਈ ਤਕਲੀਫ ਆਉਂਦੀ ਆ ਜਾਂ ਜਿਹਨੂੰ ਅਸੀਂ ਨੈਚੁਰਲ ਡਿਜ਼ਾਸਟਰ ਕਹਿੰਦੇ ਆ ਉਹ ਹੋ ਜਾਂਦਾ, ਬੇਸਿਕ ਉਹ ਆਪਣੇ ਇੱਥੇ ਆਪਣੇ ਮੈਂ ਕਿਹਾ ਹੈਪਟਨ ਬ੍ਰਿਜ ਆਪਣੇ ਇੰਗਲੈਂਡ ਦੇ ਵਿੱਚ ਗੱਲ ਹੈਗੀ ਆ, ਜਾਂ ਫਿਰ ਐਕਚੁਅਲੀ ਹੈਗੀ ਆਪਣੇ ਯੂਕਰੇਨ ਦੀ ਆਪਾਂ ਗੱਲ ਕਰ ਰਹੇ ਹਾਂ, ਜਾਂ ਕਿਤੇ ਵੀ ਹੋਰ ਦੁਨੀਆ ਦੇ ਵਿੱਚ ਕੋਈ ਵੀ ਜਿਹੜਾ ਕੋਈ ਐਸੀ ਕੁਦਰਤੀ ਕਰੋਪੀ ਹੋ ਜਾਂਦੀ ਆ ਤੇ ਸਿੱਖ ਹੈਗੇ ਆਪਣੇ ਉਹ ਉੱਥੇ ਆਪਣਾ ਪਹੁੰਚ ਜਾਂਦੇ ਹਨ। ਜੋ ਉਹ ਸੇਵਾ ਕਰ ਸਕਦੇ ਹਨ ਉਹ ਜ਼ਰੂਰ ਕਰਦੇ ਹਨ। ਮੇਰਾ ਖਿਆਲ ਇਹ ਸਾਡੇ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਡੇ 10 ਗੁਰੂਆਂ ਦੇ ਉਪਦੇਸ਼ਾਂ ਦਾ ਹੀ ਨਤੀਜਾ ਹੈ ਕਿ ਅਸੀਂ ਸਿੱਖੀ ਦੇ ਰਾਹ ਤੇ ਉਹਨਾਂ ਉਪਦੇਸ਼ਾਂ ਨੂੰ ਪੂਰੀ ਤਰ੍ਹਾਂ ਉਹਨਾਂ ਤੇ ਅਮਲ ਕਰ ਰਹੇ ਹਾਂ ਤੇ ਉਸ ਤੇ ਉਹਨਾਂ ਤੇ ਚੱਲ ਰਹੇ ਹਾਂ। ਤੇ ਇਹਨੇ ਨਾਲ ਮੈਂ ਇਹ ਵੀ ਕਹਾਂਗੀ ਕਿ ਇਹ ਵੀ ਅੱਜ ਅਸੀਂ ਇੱਕ ਸ਼ੁਭ ਦਿਨ ਤੇ ਇਸ ਕਰਕੇ ਆਪਣੇ ਪ੍ਰਮਾਤਮਾ ਦੇ ਅੱਗੇ ਦਿਲੋਂ ਤਨੋਂ ਮਨੋਂ ਹੱਥ ਜੋੜ ਕੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਸਾਡੇ ਸਿੱਖਾਂ ਨੂੰ ਹੋਰ ਵੀ ਸੋਝੀ ਬਖਸ਼ੇ, ਹੋਰ ਵੀ ਸਾਡੇ ਗੁਰੂ ਦੇ ਉਪਦੇਸ਼ ਜਿਹੜੇ ਉਹਨਾਂ ਨੇ ਸਾਰੀ ਮਨੁੱਖੀ ਜਾਤੀ ਨੂੰ ਇੱਕ ਕਰਨ ਲਈ ਕਿਹਾ ਉਸ ਦੇ ਬਾਰੇ ਵੀ ਆਪਣੀ ਜ਼ਰੂਰ ਉਸ ਦੇ ਬਾਰੇ ਕੋਸ਼ਿਸ਼ਾਂ ਕਰਦੇ ਰਹਿਣ, ਤਾਂ ਕਿ ਜੋ ਬਰਾਬਰਤਾ ਦਾ ਨਾਰਾ ਜਿਸ ਦੇ ਲਈ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਾਰੀ ਪਰਿਵਾਰ ਤਕਰੀਬਨ ਕਹਿੰਦੇ ਵਾਰ ਦਿੱਤਾ, ਆਪਣੇ 40 ਸਾਹਿਬਜ਼ਾਦੇ ਵਾਰ ਦਿੱਤੇ, ਆਪਣੇ ਪਿਤਾ ਜੀ ਵੀ ਉਹਨਾਂ ਦੇ ਸ਼ਹੀਦ ਹੋ ਗਏ, ਉਹਨਾਂ ਦੇ ਪੂਨਿਆਂ ਤੇ ਚੱਲਣ ਲਈ ਸਾਨੂੰ ਹਰ ਇੱਕ ਇਨਸਾਨ ਨੂੰ ਬਰਾਬਰ ਸਮਝਣ ਦਾ ਹੱਕ ਹੋਣਾ ਚਾਹੀਦਾ ਹੈ। ਜਾਤਾਂ ਪਾਤਾਂ ਦੇ ਵਿੱਚ ਇਹ ਯਕੀਨ ਘਟਣਾ ਚਾਹੀਦਾ ਹੈ। ਇਹ ਮੇਰਾ ਖਿਆਲ ਆਪਣੇ ਸਾਰੇ ਦਰਸ਼ਕਾਂ ਨੂੰ ਵੀ ਪਤਾ ਹੈ ਤੇ ਮੈਂ ਆਪਣੇ ਵੱਲੋਂ ਵੀ ਕਹਿ ਦੇਣਾ ਚਾਹੁੰਦੀ, ਇਹਨਾਂ ਚੀਜ਼ਾਂ ਤੇ ਉਪਦੇਸ਼ ਜਾਂ ਦੇਣਾ ਜਾਂ ਉਪਦੇਸ਼ਾਂ ਤੇ ਚੱਲਣਾ ਬਹੁਤ ਹੀ ਜ਼ਰੂਰੀ ਹੈ। ਸਾਡੇ ਲਈ ਮੈਂ ਇਹ ਕਹਾਂਗੀ ਕਿ ਜਿਹੜੀ ਸਭ ਤੋਂ ਵਧੀਆ ਜਿਹੜੀ ਵਿਸਾਖੀ ਦੀ ਵਧਾਈ ਉਹਦੀ ਹੋਵੇਗੀ ਜਦੋਂ ਖਾਸ ਕਰਕੇ ਜਿਹੜੀਆਂ ਔਰਤਾਂ ਜਾਂ ਬੱਚੇ ਜਿਹੜੇ ਅਣਜੰਮੀਆਂ ਲੜਕੀਆਂ ਨੂੰ ਜਦ ਢਿੱਡ ਵਿੱਚ ਹੀ ਮਾਰ ਦਿੱਤਾ ਜਾਂਦਾ, ਜਦ ਇਹਨਾਂ ਚੀਜ਼ਾਂ ਦੀ ਤੋਂ ਸਾਡਾ ਸਮਾਜ ਸਾਡੀ ਕਮਿਊਨਿਟੀ ਬਾਹਰ ਆਊਗੀ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਤੇ ਜਾਂ ਸਾਡੇ ਗੁਰੂਆਂ ਨੇ ਤਾਂ ਇਹੀ ਕਿਹਾ ਵੀ ਹਮੇਸ਼ਾ ਬੇਇਨਸਾਫੀ ਦੇ ਖਿਲਾਫ ਆਵਾਜ਼ ਉਠਾਈ। ਜਿਹੜੀ ਖਾਲਸਾ ਪੰਥ ਦੀ ਸਿਰਜਣਾ ਵੀ ਬੇਇਨਸਾਫੀ ਦੇ ਖਿਲਾਫ ਜਿਹੜੀ ਸੀਗੀ, ਬੇਇਨਸਾਫੀ ਹੋ ਰਹੀ ਸੀ, ਲੋਕਾਂ ਦੇ ਨਾਲ ਅਤਿਆਚਾਰ ਹੋ ਰਿਹਾ ਸੀ, ਲੋਕਾਂ ਨੂੰ ਜ਼ਬਰਦਸਤੀ ਆਪਣੇ ਦੂਸਰਾ ਹੈਗਾ ਇਸਲਾਮ ਧਰਮ ਲਈ ਕਬੂਲ ਕੀਤਾ ਜਾਂਦਾ ਸੀ। ਇਹਨਾਂ ਸਾਰੀਆਂ ਚੀਜ਼ਾਂ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾ ਸਜਾਉਣ ਦੀ ਲੋੜ ਸਮਝੀ, ਤਾਂ ਕਿ ਕੋਈ ਕਿਸੇ ਵੀ ਲੜਕੀ ਨੂੰ ਜਾ ਕੇ ਇਹ ਨਾ ਪੇਸ਼ ਕਰ ਦੇਣ ਕਿ ਵੀ ਆਹ ਹੈਗਾ ਲੜਕਾ ਹੈ ਤੇ ਤਾਂ ਕਿ ਉਹਨਾਂ ਨੂੰ ਜਿਹੜਾ ਇਲਜ਼ਾਮ ਜਿਹੜਾ ਆਪਣੇ ਮੁਗਲ ਸਰਕਾਰ ਰੱਖੇ ਸੀ ਉਹ ਮੁਗਲ ਆਪਣੇ ਨਾਮ ਲੈਣ ਦੇ ਯੋਗ ਹੋ ਜਾਣ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੇਰਾ ਜੋ ਸਿੱਖ ਹੋਵੇਗਾ ਉਸਦੇ ਮਤਲਬ 5 ਕਕਾਰ ਹੋਣਗੇ, ਉਹਦੇ ਉਹਨਾਂ ਦੀ ਇਹ ਜਿਹੜੀ ਸਪੈਸ਼ਲ ਜਿਹੜਾ ਪਹਿਚਾਣ ਹੋਵੇਗੀ ਉਹ ਮੇਰਾ ਗੁਰੂ ਦਾ ਸਿੱਖ ਹੋਵੇਗਾ। ਮੇਰਾ ਖਿਆਲ ਇਹ ਬਹੁਤ ਹੀ ਵੱਡੀ ਸਾਡੇ ਗੁਰੂਆਂ ਦੀ ਦੇਣ ਹੈ ਤੇ ਸਾਡੀ ਜਿਹੜੀ ਹੈਗੀ ਆ
ਸਿੱਖ ਪੰਥ ਖਾਲਸੇ ਦੀ ਜਿਹੜੀ ਦੇਣ ਹੈ, ਇਸ ਦਾ ਤਾਂ ਕੋਈ ਅੰਤ ਹੀ ਨਹੀਂ ਹੈ। ਇਸ ਲਈ ਅੱਜ ਹੀ ਇਸ ਦਿਨ ਨੂੰ ਅਸੀਂ ਦੁਨੀਆ ਦੇ ਭਰ ਵਿੱਚ ਮਨਾ ਰਹੇ ਹਾਂ। ਲੋਕੀ ਸਵੇਰ ਦੇ ਹੀ ਆਪਣੇ WhatsApp ਤੇ ਬੜੇ ਵਧੀਆ ਸੁਨੇਹੇ ਭੇਜ ਰਹੇ ਹਨ, ਗੁਰਦੁਆਰਿਆਂ ਵਿੱਚ ਜਾ ਕੇ ਮੱਥਾ ਟੇਕ ਰਹੇ ਹਨ ਅਤੇ ਬਹੁਤ ਹੀ ਸ਼ਹਿਰਾਂ ਦੇ ਵਿੱਚ UK ਦੇ ਵਿੱਚ ਜਿਹੜੇ ਨਗਰ ਕੀਰਤਨ ਵੀ ਚੱਲ ਰਹੇ ਹਨ, ਤਾਂ ਕਿ ਇਸ ਦਿਨ ਨੂੰ ਨਾ ਸਿਰਫ ਸਿੱਖੀ ਇਕੱਲੇ ਬਣਾਉਣ, ਬਾਹਰਲੇ ਲੋਕਾਂ ਨੂੰ ਵੀ ਇਸ ਦੀ ਜਾਗਰੂਕਤਾ ਹੋਵੇ। ਤੇ ਇਸ ਕਰਕੇ ਡਾਕਟਰ ਰਜਿੰਦਰ ਜੀ, ਮੈਂ ਤੁਹਾਡਾ ਬਹੁਤ ਮੈਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਆ ਕੇ ਬਹੁਤ ਹੀ ਵਧੀਆ ਆਪਣੇ ਧਾਰਮਿਕ ਖਿਆਲਾਂ ਦੀ ਸਾਂਝ ਜਿਹੜੀ ਹੈਗੀ ਆਪਣੇ ਸਿੱਖ ਚੈਨਲ ਦੇ ਦਰਸ਼ਕਾਂ ਨਾਲ ਪਾਈ। ਇੰਨਾ ਕੁਝ ਕਹਿੰਦੀ ਹੋਈ ਮੈਂ ਤੁਹਾਡੇ ਨਾਲ ਫਿਰ ਇੱਕ ਵਾਰੀ ਫਤਿਹ ਦੀ ਸਾਂਝ ਪਾਵਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।